ਤੁਸੀਂ ਪ੍ਰਬੰਧਕੀ ਢਾਂਚੇ ਦੀ ਗੱਲ ਕੀਤੀ ਆ। ਇੱਕ ਤੁਸੀਂ ਕਿਹਾ ਸੀ ਪੈਰਲਲ ਬੋਡੀ ਖੜੀ ਕਰਾਂਗੇ, ਉਹ ਜ਼ਰੂਰ ਸਮਝਾ ਦਿਓ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਣ ਜਮਾਤ ਹੈਗੀ ਹੈ ਉਹਦੇ ਪੈਰਲਲ ਬੋਡੀ ਖੜੀ ਕਰਨ ਦੇ ਵੀ ਕੀ ਮੈਂ ਸਮਝਾਣਾ। ਪਹਿਲੀ ਗੱਲ ਤਾਂ ਇਹ ਹੈ ਕਿ ਅਕਾਲ ਤਖਤ ਸਮੁੱਚੀ ਕੌਮ ਦਾ ਸਾਂਝਾ ਤਖਤ ਹੈ। ਕਿਸੇ ਇੱਕ ਜਥੇਬੰਦੀ, ਕਿਸੇ ਇੱਕ ਧੜੇ, ਕਿਸੇ ਇੱਕ ਪਰਿਵਾਰ ਦਾ ਤਖਤ ਨਹੀਂ ਹੈ। ਇਹ ਗੱਲ ਸਮਝਣੀ ਪਏਗੀ। 172 ਦੇਸ਼ਾਂ 'ਚ ਤੁਸੀਂ ਸਿੱਖਾਂ ਦੇ ਤਖਤ ਤੋਂ ਜਾਰੀ ਹੋਇਆ ਹੁਕਮਨਾਮਾ 172 ਦੇਸ਼ਾਂ 'ਚ ਵਸਦੇ ਸਿੱਖਾਂ 'ਤੇ ਲਾਗੂ ਹੋ ਜਾਂਦਾ ਹੈ, ਪਰ 172 ਦੇਸ਼ਾਂ ਦੇ ਸਿੱਖਾਂ ਦੀ ਭਾਵਨਾ ਦੀ ਤਰਜਮਾਨੀ ਅਕਾਲ ਤਖਤ ਨਹੀਂ ਕਰ ਰਿਹਾ। ਮੈਂ ਕ੍ਰਿਸਚਨ ਸਿਸਟਮ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇਸ ਗੱਲ ਨੂੰ ਪ੍ਰਵਾਨ ਕਰਦੇ ਹੋ? ਤੁਸੀਂ ਕਿਤਾਬਾਂ 'ਚ ਚੈੱਕ ਕਰੋ, ਜਦੋਂ ਕਿਸੇ ਰਾਜੇ ਦੀ ਗੱਲ ਕਰਨੀ ਹੋਵੇ ਪਰਸਨੈਲਿਟੀ ਦੀ, ਤੇ ਉੱਥੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਇਹ ਪੜ੍ਹਾਏ ਜਾਂਦੇ ਨੇ। ਤੁਸੀਂ ਕਦੇ ਭਗਤ ਪੂਰਨ ਸਿੰਘ ਦਾ ਚੈਪਟਰ ਵੇਖਿਆ CBSE ICSE 'ਚ? ਨਹੀਂ ਹੈਗਾ। ਹੁਣ ਪੰਜਾਬ ਦਾ ਕਲਚਰ ਹੈ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ, ਹੈ ਨਾ? ਤੇ ਤੁਸੀਂ ਆਪਣੇ ਬੱਚਿਆਂ ਨੂੰ ਨਰਸਰੀ 'ਚ ਜਿਹੜੀ ਰਾਈਮ ਪੜ੍ਹਾ ਰਹੇ ਹੋ ਇੰਗਲਿਸ਼ ਦੀ, ਰੇਨ ਰੇਨ ਗੋ ਅਵੇ ਕਮ ਅਗੇਨ ਅਨਦਰ ਡੇ, ਤੁਸੀਂ ਕਦੇ ਵੇਖਿਆ ਕਿ CBSE ਦੀ ਕਿਤਾਬ, ਪੰਜਾਬ ਬੋਰਡ ਦੀ ਕਿਤਾਬ ਰਾਮ ਤੇ ਸ਼ਾਮ ਦੀ ਗੱਲ ਕਰਦੀ ਹੈ ਹਮੇਸ਼ਾ? ਉਹ ਕਹੇ ਕਿ ਰਾਮ ਨੇ ਸ਼ਾਮ ਤੋਂ 100 ਰੁਪਇਆ ਉਧਾਰਾ ਲਿੱਤਾ। ਗ੍ਰਾਮਰ ਦੇ ਵਿੱਚ ਇਹੀ ਲਿਖਿਆ, ਉਹਦੇ ਕਿੰਨੇ ਵਿਆਜ ਦਿੱਤਾ। ICSE ਪੜ੍ਹੋਗੇ ਤਾਂ ਕਹੇਗਾ ਜੌਨ ਨੇ ਸਮਿਥ ਨੂੰ ਦਿੱਤਾ। ਤੇ ਸੰਤਾ ਸਿੰਘ ਬੰਤਾ ਸਿੰਘ ਮਜ਼ਾਕ ਚੁਟਕਲਿਆਂ ਲਈ ਰੱਖ ਲਏ ਤੁਸੀਂ। ਅਸੀਂ ਜ਼ਿੰਮੇਵਾਰੀ ਕਿਉਂ ਨਹੀਂ ਚੁੱਕਦੇ? ਮੈਂ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਜਾਣਕਾਰੀ ਦੇਣੀ ਹੈ, ਮੇਰੀ ਜ਼ਿੰਮੇਵਾਰੀ ਕਿਉਂ ਨਹੀਂ ਹੈ? ਫਿਰ ਅਸੀਂ ਰਿਸਪੌਂਸਿਬਿਲਿਟੀ ਪਾਸ ਔਨ ਕਰਨਾ ਚਾਹੁੰਦੇ ਹਾਂ। ਇਹ ਸਮਾਜ ਦੀ ਫਿਦਰਤ ਹੈ। ਮੈਂ ਗਲਤੀ ਨਹੀਂ ਕੀਤੀ ਹੈ ਤੇ ਉਹਦਾ ਕਸੂਰ ਸੀ, ਮੈਂ ਨਹੀਂ ਕੀਤਾ ਹੈ ਉਹਦਾ ਕਸੂਰ ਸੀ, ਤੇ ਜਦੋਂ ਚੰਗਾ ਹੋ ਜੇ ਇਹ ਤੇ ਮੈਂ ਹੀ ਸ਼ੁਰੂ ਕੀਤਾ ਸੀ। ਮਦਰ ਟਰੇਸਾ ਦੀ ਜ਼ਿੰਦਗੀ 'ਚ ਇੱਕ ਚਮਤਕਾਰ ਉਹਨਾਂ ਨੇ ਸਮਝਿਆ ਤੇ ਉਹ ਸਾਬਤ ਹੋਇਆ ਤੇ ਉਹਨੂੰ ਸੇਂਟਹੁੱਡ ਮਿਲੀ। ਤੇ ਹੁਣ ਜੋ ਸੜਕਾਂ ਤੇ ਹੋ ਰਿਹਾ ਤੇ ਸਾਰੇ ਹੀ ਚਮਤਕਾਰ ਹੀ ਕਰ ਰਹੇ ਨੇ ਰੋਜ਼। ਕਿਸੇ ਦੀਆਂ ਅੱਖਾਂ ਠੀਕ ਕਰਤੀਆਂ, ਕਿਸੇ ਦੀ ਕਿਡਨੀ ਠੀਕ ਕਰਤੀ, ਕਿਸੇ ਨੂੰ ਇਹ ਕਰਤਾ, ਕਿਸੇ ਦਾ ਭੂਤ ਕੱਢਤਾ। ਫਿਰ ਇਹ ਤਾਂ ਸਾਰੇ ਹੀ ਸੰਤ ਹੋਣੇ ਚਾਹੀਦੇ ਨੇ। ਸੋਦੇ ਸਾਧ ਨੂੰ ਮਾਫ ਕਰਨਾ ਕਿ ਉਹ ਸਿੱਖਾਂ ਦੀ ਭਾਵਨਾ ਦੀ ਤਰਜਮਾਨੀ ਸੀ ਕਿ ਇੱਕ ਪਰਿਵਾਰ ਦੀ ਭਾਵਨਾ ਦੀ ਤਰਜਮਾਨੀ ਸੀ। ਉਹ ਅੱਜ ਪਰਿਵਾਰ ਦੀ ਮਰਜ਼ੀ ਬਣ ਗਈ। ਅਕਾਲੀ ਦਲ ਨਵਾਂ ਬਣਨਾ ਚਾਹੀਦਾ, ਇਹ ਬਾਦਲ ਪਰਿਵਾਰ ਵਿੱਚੋਂ ਮਾਈਨਸ ਹੋ ਜਾਣਾ ਚਾਹੀਦਾ। ਪੰਥਕ ਤਾਲਮੇਲ ਕਮੇਟੀ ਤੋਂ ਜਸਵਿੰਦਰ ਸਿੰਘ ਐਡਵੋਕੇਟ ਸਾਡੇ ਨਾਲ ਮੌਜੂਦ ਨੇ। ਸੋ ਅੱਜ ਕੁਝ ਮਤੇ ਜਿਹੜੇ ਨੇ ਉਹ ਲੈ ਕੇ ਆਈ ਹੈ ਇਹ ਕਮੇਟੀ, ਔਰ ਉਹਨਾਂ ਦੇ ਵਿੱਚੋਂ ਖਾਸ ਜਿਹੜੇ ਮਤੇ ਨੇ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਸਿੱਖ ਵਿਦਿਅਕ ਪ੍ਰਬੰਧੀ ਬੋਰਡ ਦੀ। ਇਹ ਮਤਾ ਤੁਸੀਂ ਲੈ ਕੇ ਆਏ ਹੋ ਇਹਦੇ ਵਿੱਚ, ਔਰ ਤੁਸੀਂ ਕੀ ਲੱਗਦਾ ਹੈ ਵੀ ਜਿਹੜਾ ਪਹਿਲੇ ਬੋਰਡ ਹੈਗੇ ਸੀਗੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਖਾਸ ਹੈ, ICSE ਬੋਰਡ ਹੈਗਾ ਆ, CBSE ਬੋਰਡ ਹੈਗਾ ਆ, ਇਹਨਾਂ ਬੋਰਡ ਦੇ ਵਿੱਚ ਕੀ ਕਮੀਆਂ ਨੇ ਜਿਹਦੇ ਕਾਰਨ ਸਿੱਖਾਂ ਨੂੰ ਜਾਂ ਤੁਹਾਨੂੰ ਇਹਦੇ ਬਾਰੇ ਸੋਚਣਾ ਪਿਆ? ਦੇਖੋ, ਪਹਿਲੀ ਗੱਲ ਤਾਂ ਹੈਗੀ ਹੈ ਕਿ ਅੱਜ ਇਹ ਜਿਹੜਾ ਬੋਰਡ ਹੈ ਇਹ ਐਫੀਲੀਏਸ਼ਨ ਦੇਣ ਵਾਸਤੇ ਨਹੀਂ ਅਸੀਂ ਕਹਿ ਰਹੇ। ਵਿਦ ਦਾ ਪੈਸੇਜ ਆਫ ਟਾਈਮ ਜਦੋਂ ਅਸੀਂ ਗਰੋ ਕਰ ਜਾਵਾਂਗੇ, ਤੇ ਕਿਉਂਕਿ ਐਫੀਲੀਏਸ਼ਨ ਦੇਣੀ ਹੈ ਤੇ ਤੁਹਾਨੂੰ ਉਹਦੀ ਸਟੇਟ ਗਵਰਨਮੈਂਟ ਤੋਂ, ਸਰਕਾਰ ਤੋਂ ਮਾਨਤਾ ਦੀ ਲੋੜ ਹੈ। ਅਸੀਂ ਹਾਲੇ ਉਹ ਗੱਲ ਨਹੀਂ ਕਰ ਰਹੇ, ਅੱਜ ਨਹੀਂ ਕਰ ਰਹੇ। ਇਹ ਨਹੀਂ ਹੈ ਕਿ ਅਸੀਂ ਇਹਦੇ ਤੱਕ ਪਹੁੰਚਣਾ ਨਹੀਂ ਹੈ। ਇੱਕ ਵਿਜ਼ਨ ਤਾਂ ਹੁੰਦਾ ਹੈ, ਵਿਜ਼ਨ ਹੈਗਾ ਕਿ ਅਸੀਂ ਉੱਥੇ ਤੱਕ ਪਹੁੰਚਣਾ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੀ ਐਸੋਸੀਏਸ਼ਨ 'ਚ ਉਹ ਸਕੂਲ ਜਿਹੜੇ ਆ ਮੈਂਬਰ ਬਣਨ। ਹੁਣ ਤੁਸੀਂ ਸਵਾਲ ਪੁੱਛਿਆ ਕਿ ਕਿਹੜੀ ਗੱਲ ਹੈ ਕਿ ਪੰਜਾਬ ਬੋਰਡ, CBSE ICSE, ਮੈਂ ਨਾ ਬਹੁਤ ਸਾਰੀਆਂ ਗੱਲਾਂ ਲੰਬੀ ਡਿਬੇਟ ਦੇ ਉੱਤੇ ਕਰ ਸਕਦਾ। ਤੁਸੀਂ ਜਦੋਂ ਕਿਤਾਬਾਂ ਦੇ ਪੱਧਰ 'ਤੇ ਹੀ ਜਾਂਦੇ ਹੋ ਤੇ ਤੁਸੀਂ ਚੈੱਕ ਕਰੋ ਕਿ ਬਹੁਤ ਵਾਰ CBSE ਦੀਆਂ, ICSE ਦੀਆਂ ਤੇ ਪੰਜਾਬ ਬੋਰਡ ਦੀਆਂ ਕਿਤਾਬਾਂ ਸਿੱਖ ਭਾਵਨਾਵਾਂ ਨੂੰ ਦਾ ਮਜ਼ਾਕ ਉਡਾ ਰਹੀਆਂ ਹੁੰਦੀਆਂ। ਹੁਣ ਮੈਂ ਪਾਰਟੀਕੂਲਰਲੀ ਨਹੀਂ ਕਹਾਂਗਾ ਕਿਉਂਕਿ ਲੰਬੀ ਡਿਬੇਟ ਹੋ ਜਾਏਗੀ। ਤੁਸੀਂ ਸਮੇਂ ਤੇ ਲੋਕਾਂ ਨੇ ਬੜੇ ਮੁੱਦੇ ਚੁੱਕੇ ਇਹਦੇ 'ਤੇ। ਅੱਜ ਵੀ ਰੀਸੈਂਟ ਜਿਹੜਾ ਸਿਰਸਾ ਵਾਲਾ, ਇਹ ਤਾਂ ਇੱਕ ਮੁੱਦਾ ਨਾ ਜੀ, ਹੈ ਨਾ? ਇੱਦਾਂ ਦੇ ਬਹੁਤ ਸਾਰੇ ਮੁੱਦੇ ਨੇ। ਤੁਸੀਂ ਹੁਣ ਇਸ ਤੋਂ ਅੱਗੇ ਆਓ, ਤੁਸੀਂ ਕਿਤਾਬਾਂ 'ਚ ਚੈੱਕ ਕਰੋ
ਜਦੋਂ ਕਿਸੇ ਰਾਜੇ ਦੀ ਗੱਲ ਕਰਨੀ ਹੋਵੇ ਪਰਸਨੈਲਿਟੀ ਦੀ, ਤੇ ਉੱਥੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਇਹ ਪੜ੍ਹਾਏ ਜਾਂਦੇ ਨੇ। ਤੁਸੀਂ ਕਦੇ ਭਗਤ ਪੂਰਨ ਸਿੰਘ ਦਾ ਚੈਪਟਰ ਵੇਖਿਆ CBSE ICSE 'ਚ? ਨਹੀਂ ਹੈਗਾ। ਤੁਸੀਂ ਕਦੇ ਅਕਾਲੀ ਫੂਲਾ ਸਿੰਘ ਦਾ ਚੈਪਟਰ ਦੇਖਿਆ? ਭਾਈ ਕਨ੍ਹਈਆ ਜੀ ਦੀ ਗੱਲ ਸੁਣੀ ਹੈ? ਉੱਥੇ ਰੈੱਡ ਕਰਾਸ ਦੀ ਗੱਲ ਜਦੋਂ ਹੁੰਦੀ ਹੈ ਤੇ ਫਲੋਰਿਸ਼ ਨਾਈਟਿੰਗੇਲ ਦੀ ਗੱਲ ਤਾਂ ਹੁੰਦੀ ਹੈ, ਪਰ ਭਾਈ ਕਨ੍ਹਈਆ ਜੀ ਉਸ ਤੋਂ ਪਹਿਲੇ ਇਹ ਕੰਮ ਕਰ ਰਹੇ ਨੇ, ਇਹਦੀ ਗੱਲ ਨਹੀਂ ਹੁੰਦੀ। ਹੁਣ ਇਹ ਮੁੱਦੇ ਜਦੋਂ ਮੈਂ ਸਾਰੇ ਮਾਰਕ ਕਰਾਂ ਤੇ ਬਹੁਤ ਸਾਰੇ ਮੁੱਦੇ ਨੇ। ਹੁਣ ਮੈਂ ਦੂਜੀ ਗੱਲ ਆਓ ਕਿ ਪੰਜਾਬ ਦੇ ਕਲਚਰ ਕੀ ਹੈ। ਹੁਣ ਪੰਜਾਬ ਦਾ ਕਲਚਰ ਹੈ ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ, ਹੈ ਨਾ। ਤੇ ਤੁਸੀਂ ਆਪਣੇ ਬੱਚਿਆਂ ਨੂੰ ਨਰਸਰੀ 'ਚ ਜਿਹੜੀ ਰਾਈਮ ਪੜ੍ਹਾ ਰਹੇ ਹੋ ਇੰਗਲਿਸ਼ ਦੀ, ਰੇਨ ਰੇਨ ਗੋ ਅਵੇ ਕਮ ਅਗੇਨ ਅਨਦਰ ਡੇ, ਅਸੀਂ ਤਾਂ ਮੀਂਹ ਮੰਗਦੇ ਹਾਂ। ਅਸੀਂ ਮੀਂਹ ਮੰਗ ਰਹੇ ਹਾਂ ਕਿਉਂਕਿ ਸਾਡਾ ਐਗਰੀਕਲਚਰ ਵਾਲਾ ਹੈ ਤੇ ਅਸੀਂ ਉਹ ਕਲਚਰ ਨਾਲ। ਤੇ ਹੁਣ ਤੁਸੀਂ ਰੇਨ ਰੇਨ ਗੋ ਅਵੇ ਦੀ ਗੱਲ ਕਰੋਗੇ, ਉਹ ਬੱਚਾ ਤੇ ਕਨਫਿਊਜ਼ ਹੋ ਜਾਏਗਾ ਨਾ। ਤੁਸੀਂ ਉਹ ਕਿਹੜੇ ਕਲਚਰ ਦੀ? ਉਹ ਕਲਚਰ ਸੀ ਇੰਗਲੈਂਡ ਦਾ, ਜਿੱਥੇ ਬਰਫਾਂ ਪੈ ਰਹੀਆਂ, ਜਿੱਥੇ ਉਹ ਉਹਦਾ ਕਿ ਮੀਂਹ ਪੈਂਦਾ ਤੇ ਹੋਰ ਠੰਡ ਵੱਧ ਜਾਂਦੀ ਹੈ, ਤੇ ਉਹ ਕਹਿੰਦਾ ਵੀ ਮੈਂ ਖੇਡਣਾ, ਤੇ ਅਸੀਂ ਸਾਡੇ ਬੱਚੇ ਤਾਂ ਮੀਂਹ 'ਚ ਖੇਡਦੇ ਨੇ, ਹੈ ਨਾ, ਕਿਉਂਕਿ ਸਾਡਾ ਕਲਚਰ ਇੱਦਾਂ ਜੁੜਿਆ। ਇੱਦਾਂ ਦੇ ਹੋਰ ਬਹੁਤ ਸਾਰੇ ਮੁੱਦੇ ਨੇ। ਤੁਸੀਂ ਕਦੇ ਵੇਖਿਆ ਕਿ CBSE ਦੀ ਕਿਤਾਬ, ਪੰਜਾਬ ਬੋਰਡ ਦੀ ਕਿਤਾਬ ਰਾਮ ਤੇ ਸ਼ਾਮ ਦੀ ਗੱਲ ਕਰਦੀ ਹੈ ਹਮੇਸ਼ਾ। ਉਹ ਕਹੇ ਕਿ ਰਾਮ ਨੇ ਸ਼ਾਮ ਤੋਂ 100 ਰੁਪਇਆ ਉਧਾਰਾ ਲਿੱਤਾ। ਸਾਡੀ ਗ੍ਰਾਮਰ ਦੇ ਵਿੱਚ ਇਹੀ ਲਿਖਿਆ। ਨਹੀਂ, ਉਹਦੇ ਕਿੰਨੇ ਵਿਆਜ ਦਿੱਤਾ। ICSE ਪੜ੍ਹੋਗੇ ਤਾਂ ਕਹੇਗਾ ਜੌਨ ਨੇ ਸਮਿਥ ਨੂੰ ਦਿੱਤਾ। ਤੇ ਸੰਤਾ ਸਿੰਘ ਬੰਤਾ ਸਿੰਘ ਮਜ਼ਾਕ ਚੁਟਕਲਿਆਂ ਲਈ ਰੱਖ ਲਏ ਤੁਸੀਂ। ਹੁਣ ਮੇਰੇ ਨਾਂ ਦੇ ਨਾਲ ਸਿੰਘ ਸ਼ੋਭਾ ਦਿੰਦਾ, ਜੇ ਮੇਰੀ ਕਿਤਾਬ 'ਚੋਂ ਇਹ ਗੱਲ ਨਹੀਂ ਝਲਕਦੀ ਤੇ ਫਿਰ ਉਹ ਕਿਤਾਬ ਮੈਂ ਕਾਸੋਂ ਪੜ੍ਹਾ ਰਿਹਾ ਆਪਣੇ ਬੱਚਿਆਂ ਨੂੰ। ਉਹ ਮੇਰੇ ਕਲਚਰ ਨਾਲੋਂ ਤੋੜ ਰਹੀ ਹੈ, ਮੇਰੇ ਧਰਮ ਨਾਲੋਂ ਤੋੜ ਰਹੀ ਹੈ। ਠੀਕ ਹੈ, ਸਾਡੇ ਹਰ ਪੱਖ 'ਚੋਂ ਧਰਮ ਸਾਡਾ ਜਿਹੜਾ ਆ ਉਹ ਦਿਖਣਾ ਚਾਹੀਦਾ, ਕਿਉਂਕਿ ਚਿਲਡਰਨ ਸਾਹਿਬ ਮਹਾਰਾਜ ਨੇ ਜੋ ਸਾਨੂੰ ਦਿੱਤਾ ਆ ਉਹ ਸਾਡੇ। ਮੈਂ ਕਹਿੰਦਾ ਤੁਸੀਂ ਇੱਕ ਦੀ ਕਿਸੇ ਨੂੰ ਐਗਜ਼ਾਮਪਲ ਦੇਣੀ ਹੈ ਤੇ ਤੁਸੀਂ ਇੱਕ ਸੇਬ ਰੱਖ ਦਿੰਦੇ ਹੋ, ਇੱਕ ਸੇਬ ਪਿਆ ਜੀ। ਮੈਂ ਕਹਿੰਦਾ ਇੱਕ ਪ੍ਰਮਾਤਮਾ ਦੀ ਗੱਲ ਦੇ ਨਾਲ ਇੱਕ ਦੀ ਐਗਜ਼ਾਮਪਲ ਦਿਓ। ਇਸ ਤੋਂ ਵਧੀਆ ਐਗਜ਼ਾਮਪਲ ਕੀ ਹੋ ਸਕਦੀ ਹੈ? ਤੁਸੀਂ 5 ਦੀ ਐਗਜ਼ਾਮਪਲ ਦੇਣੀ ਹੈ ਤੇ 5 ਪਿਆਰੇ ਖੜੇ ਐਗਜ਼ਾਮਪਲ ਦਿਓ। ਲੋਕਾਂ ਦੇ ਮਨਾਂ ਦੇ ਅੰਦਰ ਪੱਕਾ ਵਿਸਿਆ ਹੋਇਆ ਕਿ 5 ਪਿਆਰੇ ਤੇ ਉਹ 5 ਕੀ ਹੈ ਤੇ 5 ਕੀ ਹੈ, ਹੈ ਨਾ। ਤੁਸੀਂ 4 ਸਾਹਿਬਕਾਰ ਨੇ, 5 ਪਿਆਰੇ ਨੇ, 5 ਬਾਣੀਆਂ ਨੇ, 4 ਸਾਹਿਬਜ਼ਾਦਿਆਂ ਦੀ ਗੱਲ ਕਰੋ। ਮੈਂ ਬਹੁਤ ਸਾਰੇ ਮੁੱਦੇ ਇੱਦਾਂ ਦੇ ਕਰ ਸਕਦਾ ਜਿਹੜੇ ਅਸੀਂ ਆਪਣੇ ਟੀਚਰਸ ਨੂੰ, ਅਸੀਂ ਆਪਣੇ ਸਕੂਲ ਪ੍ਰਬੰਧਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੇ ਹਾਂ। ਉਹ ਬੇਸ਼ੱਕ ਸਕੂਲ ਕੋਈ ਐਗਜ਼ਾਮਪਲਸ ਇਹ ਹੋਣ ਤੁਹਾਡੇ ਕਹਿਣ ਦਾ ਮਤਲਬ। ਇੰਡੀਵਿਜੂਅਲ ਚਲਾ ਰਿਹਾ ਹੋਵੇ ਸਕੂਲ, ਮੰਨ ਲਓ ਅਕਾਲ ਪੁਰਖ ਕੀ ਫੌਜ ਇੱਕ ਸਕੂਲ ਚਲਾ ਰਹੀ ਹੈ। ਹੁਣ ਇੱਕ ਸਕੂਲ ਕਿਸੇ ਸਿੱਖ ਦਾ ਮੁਹੱਲੇ 'ਚ ਚੱਲ ਰਿਹਾ, ਹੋ ਸਕਦਾ ਉਹਨਾਂ ਕੋਲ ਸਾਡੇ ਤੋਂ ਜ਼ਿਆਦਾ ਨੌਲੇਜ ਹੋਵੇ। ਜਦੋਂ ਅਸੀਂ ਸਿੱਖ ਐਜੂਕੇਸ਼ਨ ਬੋਰਡ ਬਣਾਵਾਂਗੇ, ਉਹ ਵੀ ਮੈਂਬਰ ਨੇ ਤੇ ਇਹ ਵੀ ਮੈਂਬਰ ਨੇ, ਉਹਨਾਂ ਦੀ ਨੌਲੇਜ ਇਹਦੇ ਨਾਲ ਸ਼ੇਅਰ ਹੋ ਜਾਏਗੀ, ਇਹਦਾ ਵੀ ਮਿਆਰ ਚੁੱਕਿਆ ਜਾਏਗਾ ਕਿਉਂਕਿ ਇਹ ਪਿੰਡ 'ਚ ਹੈ। ਠੀਕ ਹੈ, ਅਸੀਂ ਸਿੱਖ ਐਜੂਕੇਸ਼ਨ ਬੋਰਡ ਦਾ ਸ਼ਾਰਟ ਟਰਮ ਗੋਲ ਹੈ ਕਿ ਸਟੈਂਡਰਡ ਆਫ ਸਿੱਖ ਸਕੂਲਸ ਨੂੰ ਰੇਜ਼ ਕਰਨਾ, ਕੁਆਲਿਟੀ ਐਨਹਾਂਸਮੈਂਟ, ਟ੍ਰੇਨਿੰਗ ਆਫ ਸਿੱਖ ਟੀਚਰਸ, ਤੇ ਥਰਡ ਹੈ ਕਿ ਜਿਹੜੀਆਂ ਸਕੀਮਸ ਭਾਰਤ ਸਰਕਾਰ ਦੀਆਂ, ਪੰਜਾਬ ਸਰਕਾਰ ਦੀਆਂ ਤੇ ਸੰਸਾਰ ਭਰ 'ਚ ਐਜੂਕੇਸ਼ਨ ਦੇ ਉੱਤੇ ਨੇ, ਉਹ ਆਪਣੇ ਸਕੂਲਾਂ ਤੱਕ ਨੂੰ ਉਹਨਾਂ ਦਾ ਹਾਣੀ ਬਣਾਉਣਾ ਕਿ ਉਹ ਸਕੀਮਾਂ ਨੂੰ ਅਵੇਲ ਕਰ ਸਕਣ। ਉਹਦੇ ਲਈ ਉਹਨਾਂ ਨੂੰ ਗਾਈਡਲਾਈਨਸ ਦੇਣੀਆਂ, ਟ੍ਰੇਨਿੰਗ ਦੇਣੀ, ਉਹ ਅਸੀਂ ਕੰਮ ਜਿਹੜਾ ਕਰਾਂਗੇ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀ ਬੋਲੀ ਦੇ ਵਿੱਚ ਗਿਆਨ ਪ੍ਰਾਪਤ ਕਰੋਗੇ ਤਾਂ ਬੈਟਰ ਵੇ ਦੇ ਨਾਲ ਤੁਸੀਂ ਉਹਨੂੰ ਸਮਝ ਪਾਉਂਦੇ ਹੋ ਔਰ ਅੱਗੇ ਐਕਸਪਲੇਨ ਕਰ ਪਾਉਂਦੇ ਹੋ। ਦੇਖੋ, ਇਹ ਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਨਵੀਂ ਆਈ ਹੈ, ਉਹਦੇ 'ਚ ਬਹੁਤ ਸਾਰੇ ਔਗੁਣ ਨੇ, ਪਰ ਉਹ 'ਚ ਇੱਕ ਗੁਣ ਹੈਗਾ ਕਿ ਉਹਨੇ 5ਵੀਂ ਤੱਕ ਮਾਤ ਭਾਸ਼ਾ 'ਚ ਗੱਲ, ਸਿੱਖਿਆ ਦੀ ਗੱਲ ਕਰਤੀ। ਠੀਕ ਹੈ, ਇਹਦੇ 'ਚ ਬਿਲਕੁਲ ਠੀਕ ਹੈ। ਜੋ ਤੁਸੀਂ ਮਾਂ ਬੋਲੀ ਹੈ, ਅੰਗਰੇਜ਼ਾਂ ਦਾ ਤੋਤਾ ਵੀ ਅੰਗਰੇਜ਼ੀ ਬੋਲਦਾ ਤੇ ਸਾਡਾ ਤੋਤਾ ਪੰਜਾਬੀ ਸਮਝਦਾ, ਬਟ ਓਬਵੀਅਸ ਹੈ ਨਾ, ਕਿਉਂਕਿ ਉਹ ਉੱਥੇ ਰਿਹਾ, ਉੱਥੇ ਗੱਲ ਚੱਲ ਰਹੀ ਹੈ, ਸਾਡਾ ਬੱਚਾ ਉਹਨੂੰ ਉਹ ਗੱਲ ਗ੍ਰੈਸਪ ਕਰਨੀ ਸੌਖੀ ਹੈ ਨਾ। ਅਸੀਂ
ਇਸ ਗੱਲ ਨੂੰ ਸਮਝਦੇ ਹਾਂ। ਆਉਣ ਵਾਲੇ ਸਮੇਂ ਦੀਆਂ ਸਾਡੀਆਂ ਪ੍ਰਾਇੋਰਟੀਜ਼ ਕੀ ਹੋਣਗੀਆਂ ਕਿ ਅਸੀਂ ਐਜੂਕੇਸ਼ਨ ਬੋਰਡ ਨੂੰ ਸਰਕਾਰ ਮਾਨਤਾ ਦੇ ਦੇਵੇ। ਦੇਖੋ ICSE ਬੋਰਡ ਵੀ ਸੁਸਾਇਟੀ ਹੈ, ਉਹਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਨਹੀਂ ਹੈ, ਪਰ ਉਹ ਦਿੱਲੀ ਦੇ ਇੱਕ ਐਕਟ 'ਚ ਉਹਨਾਂ ਦਾ ਨਾਮ ਹੈ, ਜਿਹਦੇ ਕਰਕੇ ਉਹਨਾਂ ਦਾ ਸਾਰਾ ਚੱਲ ਰਿਹਾ। ਅਤੇ ਕੱਲ੍ਹ ਨੂੰ ਹੋ ਸਕਦਾ ਕਿ ਸਾਨੂੰ ਵੀ ਪੰਜਾਬ ਸਰਕਾਰ ਵੱਲੋਂ ਕੋਈ ਇੱਦਾਂ ਦੀ ਮਾਨਤਾ ਮਿਲ ਜੇ, ਅਸੀਂ ਵੀ ਐਫੀਲੀਏਸ਼ਨ ਦੇ ਯੋਗ ਹੋ ਜਾਈਏ। ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਇੱਕ ਸਿਸਟਮ ਹੈ ਕਿ ਕਲਸਟਰ ਆਫ ਸਕੂਲਸ ਆਪਣਾ ਪ੍ਰਬੰਧ ਕਰ ਸਕਦੇ ਆ। ਹੋ ਸਕਦਾ ਅਸੀਂ ਉਸ ਧਾਰਾ ਹੇਠ ਆਪਣੇ ਆਪ ਨੂੰ ਬਣਾਈਏ, ਹੋ ਸਕਦਾ ਅਸੀਂ ਕੈਂਬਰਿਜ ਨਾਲ, ਆਕਸਫੋਰਡ ਦੇ ਨਾਲ ਆਪਣੀ ਐਫੀਲੀਏਸ਼ਨ ਕਰਵਾ ਲਈਏ। ਠੀਕ ਹੈ, ਅਸੀਂ ਇਹ ਸਾਰੇ ਆਪਸ਼ਨਸ ਓਪਨ ਰੱਖੀਆਂ, ਪਰ ਅਸੀਂ ਸਾਡਾ ਇਹਦੇ 'ਚ ਪ੍ਰਾਈਮ ਮੋਟਿਵ ਹੈ ਕਿ ਸਿੱਖ ਸਕੂਲਾਂ ਦਾ ਸਟੈਂਡਰਡ ਰੇਜ਼ ਕਰਨਾ ਅਸੀਂ, ਤੇ ਉਹਨਾਂ ਨੂੰ ਇੱਕ ਝੰਡੇ ਥੱਲੇ ਲਿਆ। ਤੁਸੀਂ ਸਿਰਫ ਸਿੱਖ ਸਕੂਲਾਂ ਦੀ ਗੱਲ ਕਰਦੇ ਹੋ ਕਿ ਜਾਂ ਫਿਰ ਇਹਦੇ ਵਿੱਚ ਕੋਈ ਹੋਰ ਸਕੂਲ ਜਿਵੇਂ ਗਵਰਨਮੈਂਟ ਸਕੂਲ ਜਿਹੜੇ ਨਹੀਂ, ਦੇਖੋ ਗਵਰਨਮੈਂਟ ਸਕੂਲ ਤਾਂ ਪੰਜਾਬ ਬੋਰਡ ਨਾਲ ਹੀ ਰਹਿਣੇ ਆ। ਠੀਕ ਹੈ, ਨਹੀਂ, ਉਹਦੇ ਵਿੱਚ ਜੇ ਕੋਈ ਹੋਰ ਸਿੱਖਿਆ ਕਿਸੇ ਤਰੀਕੇ ਦੀ ਰੀਤ, ਕੋਈ ਧਾਰਮਿਕ ਨਾਲ ਰਿਲੇਟਡ ਕੋਈ ਚਾਹੁੰਦੇ ਹੋਣ ਤਾਂ ਉਹਦੇ ਲਈ ਤੁਹਾਡਾ ਗੁਰਮਤਿ ਐਜੂਕੇਸ਼ਨ ਬੋਰਡ ਵੱਖਰਾ ਜਿਹਦਾ ਸੁਪਨਾ ਲੈਂਦੇ ਆ ਕਿ ਜੇ ਗੁਰਮਤਿ ਦੀ ਕੋਈ ਗੱਲ, ਕਿਤਾਬਾਂ ਜਾਂ ਗੁਰਮਤਿ ਦੀ ਕੋਈ ਪੜ੍ਹਾਈ ਹੋਣੀ ਹੈ ਤੇ ਉਹ ਗੁਰਮਤਿ ਐਜੂਕੇਸ਼ਨ ਬੋਰਡ ਉਹਨੂੰ ਗਵਰਨ ਕਰੇ। ਉਹ ਫਿਰ ਸਾਰੇ ਸਕੂਲਾਂ 'ਚ ਕਰੇ, ਉਹ ਭਾਵੇਂ CBSE ਵਾਲੇ ਨੇ, ICSE ਵਾਲੇ ਨੇ, ਹੈ ਨਾ, ਉਹ ਭਾਵੇਂ ਸਿੱਖ ਐਜੂਕੇਸ਼ਨ ਬੋਰਡ ਵਾਲੇ ਹੋਣ, ਕੋਈ ਹੋਰ ਹੋਣ, ਪੰਜਾਬ ਤੋਂ ਬਾਹਰ ਦੇ ਬੋਰਡ ਹੋਣ, ਗੁਰਮਤਿ ਐਜੂਕੇਸ਼ਨ ਬੋਰਡ ਉਹਨਾਂ ਦੀ ਗੁਰਮਤਿ ਦੀ ਪੜ੍ਹਾਈ ਦੀ ਦੇਖ ਰੇਖ ਕਰੇ। ਇਸ ਤੋਂ ਇਲਾਵਾ ਮੈਂ ਸਿੱਖ ਮਿਸ਼ਨਰੀ ਕਾਲਜ ਦੀ ਗੱਲ ਕਰਦੀ ਹਾਂ ਤਾਂ ਪਹਿਲਾਂ ਦਾ, ਹੁਣ ਦਾ ਤਾਂ ਮੈਨੂੰ ਜਾਣਕਾਰੀ ਨਹੀਂ, ਪਰੰਤੂ ਪਹਿਲਾਂ ਬੱਚਿਆਂ ਨੂੰ ਕੁਝ ਸਿੱਖ ਇਤਿਹਾਸ ਕੁਐਸਚਨਰੀਜ਼ ਦੇ ਦੁਆਰਾ ਦੱਸਿਆ ਜਾਂਦਾ ਸੀਗਾ, ਜਿਹਦੇ ਨਾਲ ਕੁਝ ਕੁ ਬੱਚਿਆਂ ਤੱਕ ਪਹੁੰਚਦਾ ਸੀਗਾ। ਪਰੰਤੂ SGPC ਵੱਲੋਂ ਇਹੋ ਜਿਹੀ ਕੋਈ ਵੀ ਸ਼ੁਰੂਆਤ ਜਿਹੜੀ ਉਹ ਅਜੇ ਤੱਕ ਨਹੀਂ ਕੀਤੀ ਗਈ। 100 ਸਾਲ ਬੀਤ ਗਿਆ, ਸੋ ਉਹਦੇ ਬਾਰੇ ਤੁਹਾਡਾ ਨਹੀਂ, ਦੇਖੋ ਮੈਂ ਸ਼੍ਰੋਮਣੀ ਕਮੇਟੀ ਨੂੰ ਲਿਟਰੇਚਰ ਦੇ ਪੱਖ ਤੋਂ ਮਾੜਾ ਨਹੀਂ ਗਿਣਾਂਗਾ। ਸ਼੍ਰੋਮਣੀ ਕਮੇਟੀ ਕੋਲ ਸੈਂਕੜੇ ਫ੍ਰੀ ਛਪੇ ਲਿਟਰੇਚਰ ਹੈ, ਜਿਹੜਾ ਮਰਜ਼ੀ ਲੈ ਸਕਦਾ। ਹੁਣ ਸ਼੍ਰੋਮਣੀ ਕਮੇਟੀ ਦੇ ਲਿਟਰੇਚਰ ਫ੍ਰੀ ਹੈਗਾ, ਹੁਣ ਉਹਨਾਂ ਦੇ ਸਿਸਟਮ 'ਚ ਫੇਲੀਅਰ ਹੈ ਕਿ ਉਹ ਲੋਕਾਂ ਤੱਕ ਪਹੁੰਚ ਨਹੀਂ ਪਾ ਰਿਹਾ, ਜਾਂ ਅਸੀਂ ਲੋਕ ਵੀ ਜਿਹੜਾ ਉਸ ਸਿਸਟਮ ਨੂੰ, ਉਹ ਲਿਟਰੇਚਰ ਲਿਆ ਕੇ, ਅਸੀਂ ਤਾਂ, ਮੈਂ ਅਕਾਲ ਪੁਰਖ ਦੀ ਫੌਜ ਦੀ ਗੱਲ ਕਰਾਂ, ਅਸੀਂ ਸਾਰਾ ਲਿਟਰੇਚਰ ਜਿਹੜਾ ਸ਼੍ਰੋਮਣੀ ਕਮੇਟੀ ਤੋਂ ਲੈਂਦੇ ਹਾਂ ਅਤੇ ਅਸੀਂ ਲੋਕਾਂ ਤੱਕ ਡਿਸਟਰੀਬਿਊਟ ਕਰਦੇ ਹਾਂ, ਅਸੀਂ ਉਹਦੇ 'ਤੇ ਪ੍ਰਸ਼ਨੋਤਰੀਆਂ ਤਿਆਰ ਕਰਦੇ ਹਾਂ, ਲੋਕਾਂ ਤੱਕ ਪਹੁੰਚ ਕਰਦੇ ਹਾਂ। ਇਹ ਸ਼੍ਰੋਮਣੀ ਕਮੇਟੀ ਨੂੰ ਵੀ ਤਾਂ ਇੱਦਾਂ ਹੀ ਕੰਮ ਕਰਨਾ ਚਾਹੀਦਾ। ਸਿਸਟਮ ਕਰੈਕਸ਼ਨ ਦੀ ਲੋੜ ਆ ਉੱਥੇ, ਇਸ ਮਸਲੇ 'ਚ ਹੋ ਜਾਏਗਾ ਆਉਣ ਵਾਲੇ ਸਮੇਂ 'ਚ। ਮੇਰਾ ਸਵਾਲ ਹੈ, ਸਾਡੀ ਗੱਲ ਸੁਣਨਗੇ ਤੇ ਉਹ ਵੀ ਕਰ ਲੈਣ। ਮੇਰਾ ਸਵਾਲ ਇਹਦੇ ਨਾਲ ਅਗਲਾ ਰਿਲੇਟਡ ਹੈ ਵੀ ਜੇ ਬੱਚਿਆਂ ਤੱਕ ਪਹੁੰਚਣਾ ਜ਼ਰੂਰੀ ਹੈ ਤਾਂ ਸਾਡੇ ਗ੍ਰੰਥੀ ਸਿੰਘ ਨੇ, ਸਾਡੇ ਜਿਹੜੇ ਪਿੰਡਾਂ ਵਾਲੇ ਨੇ, ਸ਼ਾਇਦ ਸੰਥਿਆ ਵੀ ਕਈ ਵਾਰ ਉਹਨਾਂ ਨੇ ਨਹੀਂ ਕੀਤੀ ਹੁੰਦੀ, ਪਰੰਤੂ ਪਿੰਡਾਂ ਵਾਲਿਆਂ ਨੂੰ ਜੇ ਕੋਈ ਗ੍ਰੰਥੀ ਸਿੰਘ ਲੱਭਦਾ ਨਹੀਂ ਤਾਂ ਉਹ ਉਹਨਾਂ ਨੂੰ ਹਾਇਰ ਕਰ ਲੈਂਦੇ ਆ, ਉਹਨਾਂ ਨੂੰ ਜੌਬ ਦਿੰਦੇ ਉੱਥੇ ਵੀ, ਹਾਂਜੀ ਤੁਸੀਂ ਕਰੋ। ਬੇਸ਼ੱਕ ਉਹਨਾਂ ਦੀ ਸੈਲਰੀ ਬਹੁਤ ਘੱਟ ਹੁੰਦੀ ਆ। ਸੋ ਉਹਨਾਂ ਗ੍ਰੰਥੀ ਸਿੰਘਾਂ ਨੂੰ ਕਲਾਵੇ 'ਚ ਲੈ ਕੇ ਕਦੋਂ ਅਜਿਹੀ ਸਿੱਖਿਆ ਇਤਿਹਾਸ ਦੀ, ਸੰਥਿਆ ਦੀ ਜਿਹੜੀ ਆ ਉਹ ਕੰਪਲਸਰੀ ਜਿਹੜੀ ਆ ਉਹ SGPC ਕਰੂਗੀ, ਜਾਂ ਫਿਰ ਜਿਹੜਾ ਤੁਸੀਂ ਸੁਪਨਾ ਲੈ ਕੇ ਆਏ ਹੋ ਉਹ ਗ੍ਰੰਥੀ ਸਿੰਘਾਂ ਦੇ ਲਈ ਵੀ ਕਿਤੇ ਨਾ ਕਿਤੇ ਕੰਮ ਕਰੂਗਾ ਜਾਂ ਨਹੀਂ? ਗੁਰਮਤਿ ਐਜੂਕੇਸ਼ਨ ਬੋਰਡ 'ਚ ਇਹ ਸਿਸਟਮ ਅਸੀਂ ਬਣਾ ਰਹੇ ਹਾਂ ਕਿ ਆਨਲਾਈਨ ਸੰਥਿਆ, ਗ੍ਰੰਥੀ ਸਿੰਘਾਂ ਦੇ, ਆਮ ਸਿੰਘਾਂ ਦੇ ਇਤਿਹਾਸ ਦੀ ਜਾਣਕਾਰੀ ਲਈ ਉਹ ਸਾਰਾ ਸਿਸਟਮ ਉਹਦੇ 'ਚ ਡਿਵੈਲਪ ਹੋ ਕੇ ਤੁਹਾਡੇ ਸਾਹਮਣੇ ਸਮਝੋ ਮਹੀਨੇ ਡੇਢ ਮਹੀਨੇ 'ਚ ਆ ਜਾਏਗਾ। ਉਹਦੇ ਲਈ ਅਸੀਂ ਆਪਣਾ ਵਿਜ਼ਨ ਤਿਆਰ ਕਰ ਲਿਆ ਹੋਇਆ। ਦੂਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਮੈਂ ਤਾਂ ਇਹ ਸਮਝਦਾ, ਮੈਂ ਇਸ ਸਿਸਟਮ ਤੋਂ ਵੀ ਅੱਗੇ ਦੀ ਗੱਲ ਸੋਚਦਾ ਕਿ ਗੁਰ ਕਾ ਸਿੱਖ ਪੁਜਾਰੀ ਨਾ ਹੈ। ਇਹ ਸਾਡੇ ਰਹਿਤਨਾਮੇ ਕਹਿੰਦੇ ਨੇ। ਅਸੀਂ ਪੁਜਾਰੀ ਸ਼੍ਰੇਣੀ ਕਿਉਂ ਪੈਦਾ ਕਰਨਾ ਚਾਹੁੰਦੇ ਹਾਂ ਕਿ ਗ੍ਰੰਥੀ ਸਾਡੇ ਤੋਂ ਵੱਖਰਾ ਹੈ। ਵਕੀਲ, ਡਾਕਟਰ, ਟੀਚਰ, ਕਿਰਤੀ, ਕਿਸਾਨ, ਇਹ ਗੁਰਦੁਆਰੇ ਦੀ ਸੇਵਾ ਸੰਭਾਲ ਕਿਉਂ ਨਹੀਂ ਕਰਦੇ ਡਿਊਟੀਆਂ ਲਾ ਕੇ, ਹੈ ਨਾ? ਮੈਂ ਕਹਿੰਦਾ ਪ੍ਰਬੰਧਕ ਹੀ ਹੋਣੇ ਚਾਹੀਦੇ ਜਿਹੜੇ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਸਕਣ। ਉਹਨਾਂ ਨੂੰ ਅੱਗੋਂ ਬੰਦੇ ਦੀ ਕਿਉਂ ਲੋੜ ਹੈ? ਤੁਸੀਂ ਪ੍ਰਧਾਨ ਬਣਨਾ ਚਾਹੁੰਦੇ ਹੋ, ਸਕੱਤਰ ਬਣਨਾ ਚਾਹੁੰਦੇ ਹੋ, ਠੀਕ ਹੈ, ਅਤੇ ਸੇਵਾ ਸੰਭਾਲ ਵੀ ਕਰੋ, ਉਹ 'ਚ ਪਾਰਟੀਸਪੇਟ ਕਰੋ, ਠੀਕ ਹੈ। ਇਹ ਇਸ ਕਰਕੇ ਮੈਂ ਤਾਂ ਇਸ ਸਿਸਟਮ ਦਾ ਹਾਮੀ ਹਾਂ। ਅਤੇ ਦੂਜੀ ਗੱਲ ਰਹਿ ਗਈ, ਉਹਦੇ 'ਚ ਇੱਕ ਚੀਜ਼ ਜ਼ਰੂਰ ਹੁੰਦੀ ਹੈ ਨਾ ਕਿ ਲੋੜਵੰਦ ਦੀ ਜਿਹੜੀ ਆ ਉਹ ਮਦਦ, ਪਰੰਤੂ ਉਹ ਮਦਦ ਪ੍ਰੋਪਰ ਵੀ ਨਹੀਂ ਹੋ ਪਾਉਂਦੀ। ਨਹੀਂ, ਦੇਖੋ ਜੇ ਤੁਹਾਡੇ 'ਚ ਗ੍ਰੰਥੀ ਨਹੀਂ ਹੋਏਗਾ ਤਾਂ ਕੋਈ ਹੋਰ ਕਿਰਤ ਕਰਦਾ ਹੋਏਗਾ। ਮੈਂ ਤਾਂ ਕਹਿ ਨਹੀਂ ਰਿਹਾ ਕਿ ਤੁਸੀਂ ਜਿਹੜੀ ਹੈ ਮਤਲਬ ਮੌਜੂਦਾ ਜਿਹੜੇ ਗ੍ਰੰਥੀ ਨੇ ਹਟਾ ਦੇਣੇ ਆ, ਮੈਂ ਤਾਂ ਨਹੀਂ ਕਹਿੰਦਾ। ਮੈਂ ਕਹਿੰਦਾ ਕਿ ਤੁਸੀਂ ਇੱਕ ਸ਼੍ਰੇਣੀ ਕਿਉਂ ਵੱਖਰੀ ਪੈਦਾ ਕਰ ਲਿਓ। ਅਤੇ ਤੁਸੀਂ ਜਿਹੜੀ ਗੱਲ ਆਪ ਹੀ ਕਰ ਲਈ
ਕਿ ਗ੍ਰੰਥੀ ਸਿੰਘ ਨੂੰ ਪੈਸੇ ਕੀ ਦੇ ਰਹੇ ਹੋ, ਤੁਸੀਂ ਉਹਦੇ ਤੋਂ ਆਸਾਂ ਤੇ ਵੱਡੀਆਂ ਵੱਡੀਆਂ ਰੱਖ ਰਹੇ ਹੋ, ਪਰ ਤੁਸੀਂ ਪੈਸੇ ਉਹਨੂੰ ਕਹਿੰਦੇ ਮੱਸਿਆ ਸੰਗਰਾਂਦ ਇਕੱਠੀ ਕਰ ਲੈ ਤੇ ਇਹਦੇ ਚੋਂ ਬਿਜਲੀ ਦਾ ਬਿੱਲ ਵੀ ਤੂੰ ਭਰਨਾ। 10,000 ਰੁਪਏ ਤੁਹਾਨੂੰ ਮਹੀਨੇ ਦਾ ਦਿਆਂਗੇ। ਉਹ ਵੀ ਨਹੀਂ ਦਿੰਦੇ ਜੀ। ਤੁਸੀਂ ਬਹੁਤੇ ਗੁਰਦੁਆਰਿਆਂ ਜਾਓ, ਜੋ ਮੱਸਿਆ ਸੰਗਰਾਂਦ ਤੇ ਇਕੱਠਾ ਹੋ ਜਾਏ ਉਹੀ ਵਿਚਾਰੇ ਨੂੰ ਮਿਲਦਾ, ਆਟਾ ਦਾਲ। ਅਸੀਂ ਗੁਰਦੁਆਰਿਆਂ 'ਚ ਕਿਸੇ ਛੋਟੇ ਤੋਂ ਛੋਟੇ ਗੁਰਦੁਆਰੇ 'ਚ ਚਲ ਜਾਓ ਤੇ ਰੁਮਾਲਿਆਂ ਦੀ ਅਲਮਾਰੀਆਂ ਭਰੀਆਂ ਪਈਆਂ, ਪਰ ਗ੍ਰੰਥੀ ਸਿੰਘ ਦੇ, ਉਹਦੇ ਪਰਿਵਾਰ ਦੇ, ਉਹਦੇ ਬੱਚਿਆਂ ਦੇ ਤਨ ਤੇ ਕੱਪੜੇ ਵੀ ਵਧੀਆ ਨਹੀਂ ਹੁੰਦੇ। ਇੱਕ ਬੰਨੇ ਅਸੀਂ ਕਹਿੰਦੇ ਗੁਰੂ ਕਾ ਵਜ਼ੀਰ, ਅਸੀਂ ਉਹਦੇ ਘਰ ਨੂੰ ਝਾਤੀ ਮਾਰ ਲਓ। ਤੁਸੀਂ ਗੱਲ ਕੀਤੀ ਕਿ ਜਿਹੜੇ ਪ੍ਰਬੰਧਕ ਬਣਨਾ ਚਾਹੁੰਦੇ ਨੇ ਉਹ ਸਾਂਭ ਸੰਭਾਲ ਕਰਨ, ਉੱਥੇ ਕੁਝ ਕੁ ਜ਼ਿੰਮੇਵਾਰੀਆਂ ਗ੍ਰੰਥੀ ਸਿੰਘਾਂ ਦੀਆਂ ਇਹ ਹੁੰਦੀਆਂ ਨੇ ਕਿ ਬੱਚਿਆਂ ਨੂੰ, ਜਿਵੇਂ ਸਾਡੇ ਇੱਥੇ ਬਹੁਤ ਸਾਰੇ ਮਦਰਸੇ ਕਹਿ ਲਓ ਜਾਂ ਗੁਰਦੁਆਰਿਆਂ ਦੇ ਜਿਹੜਾ ਪੜ੍ਹਾਇਆ ਜਾਂਦਾ ਸੀਗਾ, ਉਹਨਾਂ ਦੇ ਵਿੱਚ ਗ੍ਰੰਥੀ ਸਿੰਘ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਸੀਗੇ। ਜੇ ਕਿਸੇ ਪ੍ਰਬੰਧਕੀ ਢਾਂਚੇ ਕੋਲ ਇਹ ਜ਼ਿੰਮੇਵਾਰੀ ਸਾਂਭਣ ਦਾ ਸਮਾਂ ਜਾਂ ਨਹੀਂ ਹੈਗਾ ਤਾਂ ਗ੍ਰੰਥੀ ਸਿੰਘ ਇਸ ਨੂੰ ਬਹੁਤ ਸੋਹਣੇ ਤਰੀਕੇ ਨਾਲ ਸੰਭਾਲ ਸਕਦੇ ਨੇ, ਪਰੰਤੂ ਜੇ ਉਹਨਾਂ ਦੇ ਕੋਲ ਖੁਦ ਕੋਲ ਇਤਿਹਾਸ ਦੀ ਜਾਣਕਾਰੀ ਹੋਊਗੀ ਤਾਂ। ਦੇਖੋ ਇਸ ਤਰ੍ਹਾਂ ਹੈ, ਮੈਂ ਇਸ ਡਿਬੇਟ 'ਚ ਨਹੀਂ ਪੈਂਦਾ ਪਿਆ, ਮੈਂ ਤਾਂ ਇੱਕ ਆਈਡੀਅਲ ਸਿਚੁਏਸ਼ਨ ਤੁਹਾਡੇ ਅੱਗੇ ਰੱਖੀ ਹੈ। ਇੱਕ ਗੁਰਦੁਆਰੇ ਦੀ 21 ਮੈਂਬਰਾਂ ਦੀ ਕਮੇਟੀ ਹੈ, 31 ਮੈਂਬਰਾਂ ਦੀ ਕਮੇਟੀ ਆ, ਮਹੀਨੇ 'ਚ ਇੱਕ ਦਿਨ ਨਹੀਂ ਆਉਂਦਾ ਉਹਦੇ ਕੋਲ, ਹੈ ਨਾ। ਅਸੀਂ ਮਹੀਨੇ 'ਚ ਇੱਕ ਦਿਨ ਲਈ ਬੱਚਿਆਂ ਨਾਲ ਫਿਲਮ ਵੇਖਣ ਵੀ ਜਾਂਦੇ ਹਾਂ, ਮਹੀਨੇ 'ਚ ਇੱਕ ਦਿਨ ਲਈ ਅਸੀਂ ਘੁੰਮਣ ਘੁਮਾਉਣ ਵੀ ਜਾਂਦੇ ਹਾਂ, ਹੈ ਨਾ, ਕਰਦੇ ਹਾਂ ਨਾ ਸਾਰੇ ਜਾਣੇ। ਅਤੇ ਜੇ ਮੈਂ ਗੁਰਦੁਆਰੇ ਦਾ ਪ੍ਰਬੰਧਕ ਹਾਂ ਤੇ ਸੋਚ ਕੇ ਬਣਾ ਕਿ ਮੈਨੂੰ ਮਹੀਨੇ 'ਚ ਇੱਕ ਦਿਨ ਗੁਰਦੁਆਰੇ ਦੇਣਾ, ਠੀਕ ਹੈ, ਅਤੇ ਕੋਈ ਵੱਡੀ ਗੱਲ ਨਹੀਂ ਹੈ। ਚਲੋ ਮੈਂ ਇਸ ਤੋਂ ਵੀ ਅੱਗੇ ਜਾਂਦਾ ਕਿ ਤੁਸੀਂ ਇਕੱਲਾ ਸਾਰਾ ਭਾਰ ਗ੍ਰੰਥੀ ਸਿੰਘਾਂ 'ਤੇ ਕਿਉਂ ਪਾ ਰਹੇ ਹੋ? ਉਹਨਾਂ 'ਤੇ ਵੀ ਭਾਰ ਹੈ। ਮੈਂ ਵਕੀਲ ਹਾਂ ਅਤੇ ਮੈਂ ਗੁਰਮਤਿ ਦੀਆਂ ਕਲਾਸਾਂ ਲਾਉਂਦਾ ਰਿਹਾ ਜੀ, ਮੈਂ ਸਕੂਲਾਂ 'ਚ ਜਾ ਕੇ ਗੁਰਮਤਿ ਦੀਆਂ ਕਲਾਸਾਂ ਪੜ੍ਹਾਉਂਦਾ ਰਿਹਾ। ਮੈਂ ਇਹ ਗੱਲ ਮੈਂ 88, 99, 90 ਦੀ ਗੱਲ ਕਰ ਰਿਹਾ, ਠੀਕ ਹੈ। ਮੈਨੂੰ ਤਾਂ ਕਦੇ ਸ਼ਰਮ ਨਹੀਂ ਸੀ ਆਈ। ਅੱਜ ਜਿਹੜੇ ਬਾਕੀ ਕੰਮ ਕਰਨ ਵਾਲੇ ਲੋਕ ਨੇ ਉਹ ਇਸ ਗੱਲ ਤੋਂ ਕਿਉਂ ਭੱਜ ਰਹੇ ਨੇ? ਅਸੀਂ ਜ਼ਿੰਮੇਵਾਰੀ ਕਿਉਂ ਨਹੀਂ ਚੁੱਕਦੇ? ਮੈਂ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਜਾਣਕਾਰੀ ਦੇਣੀ ਹੈ, ਮੇਰੀ ਜ਼ਿੰਮੇਵਾਰੀ ਕਿਉਂ ਨਹੀਂ ਹੈ? ਇਹਦੇ ਲਈ ਨਹੀਂ ਜੀ, ਖੁਦ ਕੋਲ ਜਾਣਕਾਰੀ ਹਾਸਲ ਕੀਤੀ। ਤੁਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ, ਵਕੀਲ ਬਣਾਉਣਾ, ਜੱਜ ਬਣਾਉਣਾ, ਇਹ ਤੁਹਾਡੇ ਕੋਲ ਜਾਣਕਾਰੀ ਆਪਣੇ ਆਪ ਆਈ ਹੁੰਦੀ ਹੈ, ਢਿੱਡੋਂ ਤੇ ਆਉਂਦੀ ਨਹੀਂ। ਤੁਸੀਂ ਪੜ੍ਹਦੇ ਸੁਣਦੇ ਅਤੇ ਫਿਰ ਆਪਣੇ ਬੱਚੇ ਨੂੰ ਉਹਦੇ ਮੁਤਾਬਕ ਪੜ੍ਹਾਈ ਕਰਾਉਂਦੇ ਹੋ, ਅਤੇ ਤੁਸੀਂ ਗੁਰੂ ਦੀ ਜਾਣਕਾਰੀ ਵੀ ਲੈ ਕੇ ਤੇ ਬੱਚੇ ਨੂੰ ਦੱਸ ਦਿਓ। ਬਥੇਰੀਆਂ ਕਿਤਾਬਾਂ, ਲਿਟਰੇਚਰ ਮਿਲ ਰਿਹਾ, ਬਥੇਰੇ ਚੈਨਲ ਸਾਖੀਆਂ ਰੋਜ਼ ਦੇ ਰਹੇ ਨੇ, ਸੁਣ ਲਓ, ਬੱਚਿਆਂ ਨੂੰ ਸੁਣਾ ਦਿਓ, ਕੋਲ ਬਹਿ ਜਾਓ 10 ਮਿੰਟ। ਅਸੀਂ ਇਹ ਕਰਦੇ ਨਹੀਂ ਹਾਂ। ਫਿਰ ਅਸੀਂ ਰਿਸਪੌਂਸਿਬਿਲਿਟੀ ਪਾਸ ਔਨ ਕਰਨਾ ਚਾਹੁੰਦੇ ਹਾਂ। ਇਹ ਸਮਾਜ ਦੀ ਫਿਦਰਤ ਹੈ। ਮੈਂ ਗਲਤੀ ਨਹੀਂ ਕੀਤੀ ਹੈ ਤੇ ਉਹਦਾ ਕਸੂਰ ਸੀ, ਮੈਂ ਨਹੀਂ ਕੀਤਾ ਹੈ ਉਹਦਾ ਕਸੂਰ ਸੀ, ਅਤੇ ਜਦੋਂ ਚੰਗਾ ਹੋ ਜੇ ਇਹ ਤਾਂ ਮੈਂ ਹੀ ਸ਼ੁਰੂ ਕੀਤਾ ਸੀ, ਹੈ ਨਾ। ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਕਲੈਕਟਿਵ ਰਿਸਪੌਂਸੀਬਲ ਹੋਈਏ, ਭਾਵੇਂ ਉਹ ਪ੍ਰਬੰਧਕ ਹੈ, ਗ੍ਰੰਥੀ ਹੈ ਕਿ ਮਾਪੇ ਨੇ, ਕਲੈਕਟਿਵ ਰਿਸਪੌਂਸੀਬਲ ਹੋਈਏ ਆਪਣੇ ਬੱਚੇ ਦੀ ਘਾਟ ਜੀ। ਅੱਗੇ ਸਵਾਲ ਇਹਦੇ ਨਾਲ ਰਿਲੇਟਡ ਹੈ, ਧਰਮ ਪਰਿਵਰਤਨ ਦਾ ਜਿਹੜਾ ਮੁੱਦਾ ਤੁਸੀਂ ਲੈ ਕੇ ਆਏ ਹੋ, ਉਹਦੇ ਵਿੱਚ ਤੁਸੀਂ ਕੀ ਖਾਸ ਸੋਚ ਕੇ ਇਹਨੂੰ ਲਿਆ ਹੈ? ਅਸੀਂ ਨਾ ਅੱਜ ਇੱਕ ਡਿਬੇਟ ਆਰੰਭ ਕੀਤੀ ਹੈ ਕਿ ਧਰਮ ਪਰਿਵਰਤਨ ਸੋਸ਼ਲ ਮੀਡੀਆ 'ਤੇ ਲੰਮੇ ਸਮੇਂ ਤੋਂ ਅਤੇ ਆਮ ਹਾਲਾਤਾਂ 'ਚ ਵੀ ਜਦੋਂ ਅਸੀਂ ਦੇਖਦੇ ਹਾਂ ਇਸ ਮੁੱਦੇ ਦੇ ਉੱਤੇ ਚਰਚਾ ਚੱਲਦੀ ਹੈ। ਹੁਣ ਇਹਦੇ 'ਚ ਇੰਟਰ ਕਮਿਊਨਿਟੀ ਸਮਾਜ ਦੇ ਅੰਦਰ ਡਿਬੇਟ ਇੱਕ ਤਾਂ ਆਰੰਭ ਹੋਣੀ ਚਾਹੀਦੀ ਹੈ ਕਿ ਇਹ ਕਿਉਂ ਵਾਪਰ ਰਿਹਾ, ਉਹਦੇ 'ਚ ਕਸੂਰ ਕਿਹਦਾ ਆਪਣੇ ਆਪ ਨੂੰ ਉਹਦੇ 'ਚ ਜ਼ਿੰਮੇਵਾਰੀ ਆਪਣੇ 'ਤੇ ਲਈਏ ਕਿ ਇਹ ਮੇਰਾ ਕਸੂਰ ਸੀ, ਮੈਂ ਇੱਦਾਂ ਨਹੀਂ ਕਰ ਸਕਿਆ, ਮੈਨੂੰ ਇੱਦਾਂ ਕਰਨਾ ਚਾਹੀਦਾ ਸੀ, ਠੀਕ ਹੈ। ਦੂਜੀ ਗੱਲ, ਇੰਟਰਾ ਕਮਿਊਨਿਟੀ, ਦੂਜੇ ਧਰਮਾਂ ਨਾਲ ਡਿਬੇਟ ਸ਼ੁਰੂ ਕਰੀਏ ਕਿ ਤੁਸੀਂ ਜੋ ਕਰ ਰਹੇ ਹੋ ਕੀ ਇਹ ਸਹੀ ਹੈ, ਕੀ ਇਹ ਤੁਹਾਡਾ ਇਹ ਤਰੀਕਾ ਸਮਾਜ ਦੇ ਮਾਪਦੰਡਾਂ ਦੇ ਉੱਤੇ ਪੂਰਾ ਉਤਰਦਾ, ਵੱਡੇ ਸਮਾਜ ਦੇ ਮਾਪਦੰਡਾਂ 'ਤੇ ਜਿਹਦੇ 'ਚ ਸਾਰੀਆਂ ਕਮਿਊਨਿਟੀਜ਼ ਵਿਚਰਦੀਆਂ, ਠੀਕ ਹੈ। ਕਿ ਤੁਸੀਂ ਜੋ ਕਰ ਰਹੇ ਹੋ ਇਹ ਵਹਿਮ ਭਰਮ 'ਤੇ ਨਹੀਂ, ਇਹ ਕਾਲਾ ਜਾਦੂ 'ਤੇ ਨਹੀਂ, ਠੀਕ ਹੈ। ਤੁਸੀਂ ਜੋ ਕਰ ਰਹੇ ਹੋ ਇਹ ਹੈਗਾ ਵੀ ਹੈ ਕਿ ਨਹੀਂ ਹੈਗਾ। ਮੈਂ ਤੁਹਾਡੇ ਨਾਲ ਜੇ ਇਸ ਗੱਲ ਦੀ ਡਿਬੇਟ ਆਰੰਭਾਂ ਕਿ ਮਦਰ ਟਰੇਸਾ ਨੂੰ ਮਰਨ ਤੋਂ ਬਾਅਦ ਸੇਂਟਹੁੱਡ ਦਿੱਤੀ ਗਈ ਹੈ, ਠੀਕ ਹੈ। ਉਹ ਕਿਉਂ ਦਿੱਤੀ ਗਈ ਹੈ? ਉੱਥੇ ਸੇਂਟਹੁੱਡ ਕਿੱਦਾਂ ਮਿਲਦੀ ਹੈ ਕਿ ਜੀ ਇਹਨੇ ਕੋਈ ਚਮਤਕਾਰ ਕੀਤਾ ਅਤੇ ਉਹ ਚਮਤਕਾਰ ਨੂੰ ਸਾਬਤ ਕਰਨਾ ਪੈਂਦਾ। ਉਹ ਜਦੋਂ ਸਾਬਤ ਹੋ ਜਾਂਦਾ ਫਿਰ ਉਹਦੇ 'ਤੇ ਸੇਂਟਹੁੱਡ ਮਿਲਦੀ ਹੈ।
ਮਦਰ ਟਰੇਸਾ ਦੀ ਜ਼ਿੰਦਗੀ 'ਚ ਇੱਕ ਚਮਤਕਾਰ ਉਹਨਾਂ ਨੇ ਸਮਝਿਆ ਤੇ ਉਹ ਸਾਬਤ ਹੋਇਆ ਤੇ ਉਹਨੂੰ ਸੇਂਟਹੁੱਡ ਮਿਲੀ। ਤੇ ਹੁਣ ਜੋ ਸੜਕਾਂ ਤੇ ਹੋ ਰਿਹਾ ਤੇ ਸਾਰੇ ਹੀ ਚਮਤਕਾਰ ਹੀ ਕਰ ਰਹੇ ਨੇ ਰੋਜ਼। ਕਿਸੇ ਦੀਆਂ ਅੱਖਾਂ ਠੀਕ ਕਰਤੀਆਂ, ਕਿਸੇ ਦੀ ਕਿਡਨੀ ਠੀਕ ਕਰਤੀ, ਕਿਸੇ ਨੂੰ ਇਹ ਕਰਤਾ, ਕਿਸੇ ਦਾ ਭੂਤ ਕੱਢਤਾ। ਫਿਰ ਇਹ ਤਾਂ ਸਾਰੇ ਹੀ ਸੰਤ ਹੋਣੇ ਚਾਹੀਦੇ ਨੇ। ਮੈਂ ਕ੍ਰਿਸਚਨ ਸਿਸਟਮ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇਸ ਗੱਲ ਨੂੰ ਪ੍ਰਵਾਨ ਕਰਦੇ ਹੋ? ਗੁਰਮਤਿ ਨਹੀਂ ਪ੍ਰਵਾਨ ਕਰਦੀ। ਅਸੀਂ ਤਾਂ ਕਹਿੰਦੇ ਆ ਕਿ ਜਿਹੜੀ ਮੈਡੀਸਨ ਨਾਲ ਠੀਕ ਹੋਣੀ ਹੈ ਚੀਜ਼, ਉਹ ਮੈਡੀਸਨ ਨਾਲ ਹੀ ਠੀਕ ਹੋਣੀ ਹੈ। ਗੁਰਬਾਣੀ ਕਹਿੰਦੀ ਹੈ ਨਾ, ਵੈਦਾ ਸੰਦਾ ਸੰਗ ਇਕੱਠਾ ਹੋਆ, ਔਖਦ ਆਏ ਰਾਸ ਵਿੱਚ ਕਰਤਾ ਪੁਰਖ ਖਲੋਆ। ਠੀਕ ਹੈ ਕਿ ਉੱਥੇ ਵੈਦ ਦੀ ਗੱਲ ਵੀ ਹੈ, ਉਹਦੇ ਸੰਦਾਂ ਦੀ ਗੱਲ ਵੀ ਹੈ, ਤੇ ਉੱਥੇ ਪ੍ਰਮਾਤਮਾ ਦੇ ਬਖਸ਼ਿਸ਼ ਦੀ ਗੱਲ ਵੀ ਹੈ ਕਿ ਉਹ ਦਵਾਈ ਲੱਗ ਜੇ। ਤੁਸੀਂ ਡਾਕਟਰਾਂ ਨੂੰ ਵੇਖਦੇ ਹੋ, ਉਹ RX ਲਿਖਦੇ ਆ ਆਪਣੀ ਪਰਚੀ ਦੇ ਉੱਤੇ, ਇੱਕ ਸਾਈਡ ਦੇ ਉੱਤੇ, ਧਿਆਨ ਨਾਲ ਦੇਖਿਓ। ਉਹ ਵੈਸੇ ਬੇਸਿਕਲੀ RJ ਹੈ, ਰਿਗਾਰਡਸ ਟੂ ਜੁਪੀਟਰ। ਯੂਨਾਨ 'ਚ ਜੁਪੀਟਰ ਨੂੰ ਜਿਹੜਾ ਉਹ ਮੈਡੀਸਨ ਦਾ ਦੇਵਤਾ ਮੰਨਿਆ ਜਾਂਦਾ, ਉਹ ਉਹਨੂੰ ਨਮਨ ਕਰਕੇ ਦਵਾਈ ਲਿਖਦੇ ਆ। ਇਹ ਪੜ੍ਹਾਇਆ ਜਾਂਦਾ ਹੈ, ਠੀਕ ਹੈ, ਪਰ ਲਿਖਦੇ ਉਹ ਵੀ ਦਵਾਈ ਪਏ ਨੇ। ਪਰ ਅਸੀਂ ਇਹ ਦਵਾਈ ਤੈਨੂੰ ਰਾਸ ਆ ਜੇ, ਇਹਦੇ ਲਈ ਦੁਆ ਹੋ ਸਕਦੀ ਹੈ, ਪਰ ਅਸੀਂ ਕਹੀਏ ਕਿ ਇਕੱਲੀ ਦੁਆ ਨਹੀਂ ਸਾਰਾ ਕੁਝ ਠੀਕ ਕਰ ਦੇਣਾ, ਤੇ ਫਿਰ ਤੇ ਹਸਪਤਾਲਾਂ ਦੀ ਲੋੜ ਨਹੀਂ, ਫਿਰ ਡਾਕਟਰ। ਦਵਾਖਾਨਾ ਤਾਂ ਗੁਰੂ ਪਾਤਸ਼ਾਹ ਜੀ ਨੇ, ਗੁਰੂ ਹਰਿ ਪਾਤਸ਼ਾਹ ਜੀ ਨੇ। ਮੈਂ ਤਾਂ ਕਹਿ ਰਿਹਾ ਜੀ, ਸਾਡਾ ਸਿਸਟਮ ਤਾਂ ਬੜਾ ਕਲੀਅਰ ਹੈ ਜੀ, ਸਾਡੇ ਸਿਸਟਮ 'ਚ ਕੋਈ ਕਮੀ ਨਹੀਂ ਹੈ। ਠੀਕ ਹੈ, ਹੁਣ ਇਹ ਡਿਬੇਟ ਅਸੀਂ ਸਮਾਜ 'ਚ ਸ਼ੁਰੂ ਕਰਨਾ ਚਾਹ ਰਹੇ ਹਾਂ। ਕਾਨੂੰਨਾਂ ਦੀ ਗੱਲ ਹੁੰਦੀ ਹੈ ਜੀ ਕਿ ਧਰਮ ਪਰਿਵਰਤਨ ਦੇ ਉੱਤੇ ਕਾਨੂੰਨ ਬਣ ਜੇ। ਹੁਣ ਇਹ ਕਾਨੂੰਨ ਦੇ ਉੱਤੇ ਵੀ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ ਕਿ ਇਹ ਕਾਨੂੰਨ ਸਰਕਾਰਾਂ ਨੂੰ ਟੂਲ ਮਿਲ ਜਾਂਦਾ ਕਿਸੇ ਨੂੰ ਵੀ ਅੰਦਰ ਦੇਣ ਦਾ ਜਾਂ ਬਾਹਰ ਰੱਖਣ ਦਾ, ਕਿ ਸਮਾਜ ਨੂੰ ਆਪ ਆਪਣੀ ਗੱਲ ਤੋਂ ਅਗਵਾਈ ਲੈ ਲੈਣੀ ਚਾਹੀਦੀ ਹੈ। ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਇਹ ਵੀ ਡਿਬੇਟ ਦਾ ਮੁੱਦਾ। ਠੀਕ ਹੈ, ਇਹਦੇ ਲਈ ਅਸੀਂ ਮਤਲਬ ਅੱਜ ਓਪਨ ਡਿਬੇਟ ਕਰ ਦਿੱਤੀ ਹੈ। ਅਸੀਂ ਕਿਸੇ ਵੀ ਕਮਿਊਨਿਟੀ ਨੂੰ, ਚਾਹੇ ਉਹ ਹਿੰਦੂ ਨੇ, ਮੁਸਲਮਾਨ ਨੇ, ਈਸਾਈ ਨੇ, ਜੈਨੀ ਨੇ, ਬੋਧੀ ਨੇ, ਅਸੀਂ ਕਿਸੇ ਨੂੰ ਵੀ ਮਾੜਾ ਨਹੀਂ ਗਿਣਦੇ। ਕਿਉਂਕਿ ਮੇਰਾ ਤੇ ਗੁਰੂ ਮੈਨੂੰ ਇਹ ਕਹਿ ਰਿਹਾ ਕਿ ਜਿੱਤ ਦੁਆਰੇ ਉੱਭਰੇ ਤਿੱਥੇ ਲਿਓ ਭਾਰ ਦੀ ਗੱਲ ਕਰ ਰਹੇ ਨੇ। ਤੇ ਮੈਨੂੰ ਤਾਂ ਕਿਸੇ 'ਚ, ਮੈਨੂੰ ਤਾਂ ਸਾਰਿਆਂ 'ਚ ਰੱਬ ਨਜ਼ਰ ਆਉਂਦਾ। ਮੈਨੂੰ ਭਾਈ ਕਨ੍ਹਈਆ ਜੀ ਦੀ ਅੱਖਾਂ ਨਾਲ ਵੇਖਦਾ ਤੇ ਮੈਨੂੰ ਸਾਰਿਆਂ ਦੀ ਸਰਵਿਸ ਕਰਨ ਦਾ, ਸੇਵਾ ਕਰਨ ਦਾ ਮੌਕਾ ਮਿਲਦਾ ਜਦੋਂ ਮੈਂ ਲੰਗਰ ਵਰਤਾਨਾ। ਕਿਸੇ ਲਈ ਮਨਾ ਨਹੀਂ ਹੈ। ਮੇਰਾ ਦਾਇਰਾ ਤਾਂ ਬਹੁਤ ਵਿਸ਼ਾਲ ਹੈ, ਕਿਉਂਕਿ ਮੈਂ ਜਿਹੜੇ ਗੱਲ ਦਾ ਅਨੁਯਾਈ ਹਾਂ, ਉਹ ਮੈਨੂੰ ਇਸ ਗੱਲ ਦੀ ਸਿੱਖਿਆ ਦੇ ਰਹੇ ਨੇ ਮੇਰੇ ਗੁਰੂ ਪਾਤਸ਼ਾਹ, ਮੇਰੇ ਪਿਤਾ ਜੀ। ਅਸੀਂ ਇਸ ਗੱਲ ਦੀ ਸਾਰੀ ਡਿਬੇਟ ਸਮਾਜ ਦੇ ਅੱਗੇ ਰੱਖ ਕੇ ਗੱਲ ਸ਼ੁਰੂ ਕਰਨਾ ਚਾਹੁੰਦੇ ਪਏ ਹਾਂ। ਠੀਕ ਹੈ, ਇਹਦੇ ਲਈ ਸਾਨੂੰ ਸਾਰਿਆਂ ਨੂੰ, ਸਾਰੇ ਸਮਾਜ ਨੂੰ ਇਹਦੇ 'ਤੇ ਜਿਹੜੇ ਸੁਹਿਰਦ ਸੱਜਣ ਨੇ ਸਾਰੇ ਧਰਮਾਂ 'ਚ, ਉਹਨਾਂ ਨੂੰ ਇਸ ਗੱਲ ਦੇ ਉੱਤੇ ਆਪਾ ਚਿੰਤਨ ਤੇ ਆਪਸ 'ਚ ਚਿੰਤਨ ਦੀ ਲੋੜ ਹੈ। ਸਿੱਖ ਕਕਾਰਾਂ ਦਾ ਸਤਿਕਾਰ, ਕਿਉਂਕਿ ਅਸੀਂ ਬਹੁਤ ਕੁਝ ਦੇਖਦੇ ਹਾਂ, ਜਿਵੇਂ ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨ ਤੇ ਇੱਕ ਨੌਜਵਾਨ ਦੇ ਨਾਲ ਹੋਇਆ। ਫਿਰ ਬੱਚੇ ਜਦੋਂ ਆਪਣਾ ਪੇਪਰ ਦੇਣ ਲਈ ਜਾਂਦੇ ਨੇ ਤਾਂ ਉਹਨਾਂ ਦੇ ਕਕਾਰ ਬਾਹਰ ਰਖਵਾ ਦਿੱਤੇ ਜਾਂਦੇ ਨੇ। ਹਾਲਾਂਕਿ ਇਹ ਪੰਜਾਬ ਦੇ ਵਿੱਚ ਵੀ ਕਈ ਥਾਈਂ ਇਹ ਘਟਨਾਵਾਂ ਵਾਪਰੀਆਂ, ਤਾਂ ਉਹਦੇ ਲਈ ਵੀ ਤੁਸੀਂ ਇਹ ਮਤਾ ਪਾਇਆ ਹੈ। ਦੇਖੋ, ਅਸੀਂ ਨਾ ਇਸ ਗੱਲ ਤੋਂ ਚਿੰਤਿਤ ਹਾਂ ਸਾਰੇ ਜਾਣੇ ਕਿ ਕਿਰਪਾਨ ਰੱਖਣ ਦੀ ਤਾਂ ਕੌਨਸਟੀਟਿਊਸ਼ਨ ਨੇ ਕਹਿ ਤਾ। ਹੁਣ ਜਦੋਂ ਲਾਗੂ ਹੋਣ ਦਾ ਵੇਲਾ ਹੁੰਦਾ, ਉੱਥੇ ਜਾ ਕੇ ਦੁਬਿਧਾ ਖੜੀ ਹੋ ਜਾਂਦੀ ਹੈ। ਕੱਲ੍ਹ ਦਿੱਲੀ ਹਾਈ ਕੋਰਟ ਨੇ ਇੱਥੇ ਫੈਸਲਾ ਦੇ ਦਿੱਤਾ ਕਿ ਇਹ ਮੌਲਿਕ ਅਧਿਕਾਰ ਹੈ। ਹੁਣ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇਹ ਤੋਂ ਅੱਗੇ ਖੜੋ, ਡੈਟਰੈਂਟ ਬਣਾਓ, ਇਹਦਾ ਡਰਾਵਾ ਵੀ ਬਣਾਓ ਕਿ ਜਿਹੜਾ ਸਿੱਖਾਂ ਦੇ ਕਕਾਰਾਂ ਦੀ ਤੋਹੀਨ ਕਰੇਗਾ, ਹੈ ਨਾ, ਉਹਨੂੰ 295A ਦੇ ਦਾਇਰੇ 'ਤੇ ਉਹਦੇ ਉੱਤੇ ਪਰਚਾ ਦਰਜ ਹੋਵੇ। ਕਿਉਂਕਿ ਇਹ ਜਦੋਂ ਮੌਲਿਕ ਅਧਿਕਾਰ ਹੈ ਤੇ ਮੌਲਿਕ ਅਧਿਕਾਰਾਂ ਦਾ ਹਨਨ ਨਹੀਂ ਹੋ ਸਕਦਾ। ਤੇ ਇਹ ਤਾਂ ਸਾਡੀਆਂ ਧਾਰਮਿਕ ਭਾਵਨਾਵਾਂ ਨੇ। ਹੁਣ ਤਾਂ ਕੋਰਟ ਵੀ ਕਹਿ ਗਈ, ਅਸੀਂ ਵੀ ਇਹੀ ਗੱਲ ਕਹਿ ਰਹੇ ਹਾਂ। ਤੇ ਇਹਦੇ 'ਤੇ ਇਹਨੂੰ ਕਾਨੂੰਨ ਦੇ ਦਾਇਰੇ 'ਚ ਲਿਆਓ। ਅਸੀਂ ਸਰਕਾਰ ਨਾਲ ਇਹਦੇ 'ਤੇ ਚਿੱਠੀ ਪੱਤਰ ਕਰਾਂਗੇ, ਘੱਟੋ ਘੱਟ ਪੰਜਾਬ 'ਚ ਤੇ ਇਮੀਡੀਏਟ ਲਾਗੂ ਹੋਵੇ ਜੀ। ਤਾਲਮੇਲ ਕਮੇਟੀ ਸੀ, ਪੰਥਕ ਤਾਲਮੇਲ ਕਮੇਟੀ, ਜਿਸ ਵੱਲੋਂ ਕੁਛ ਮਤੇ ਜਿਹੜੇ ਪਾਏ ਗਏ ਉਹਨਾਂ ਦੇ ਉੱਪਰ ਬਿਆਨਬਾਜ਼ੀ ਜਿਹੜੀ ਅਸੀਂ ਗੱਲਬਾਤ ਉਹਨਾਂ ਦੇ ਨਾਲ ਕੀਤੀ ਹੈ। ਪਰੰਤੂ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਤੇ ਨੇ ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਗੱਲਬਾਤ ਪਹਿਲਾਂ ਵੀ ਕਰ ਚੁੱਕੇ ਹਾਂ। ਔਰ ਇਹਦੇ ਵਿੱਚ ਖਾਸ ਤੌਰ ਦੇ ਉੱਪਰ ਜਿਹੜਾ ਸੀਗਾ
ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧਕੀ ਢਾਂਚੇ ਦੇ ਬਾਰੇ ਵਿੱਚ ਸੀਗਾ, ਜਿਹਦੇ ਬਾਰੇ ਅਸੀਂ ਗੱਲ ਸ਼ਾਇਦ ਨਹੀਂ ਕੀਤੀ। ਮੈਨੂੰ ਲੱਗਦਾ ਵੀ ਇਹ ਵੀ ਕਿਤੇ ਨਾ ਕਿਤੇ ਜ਼ਰੂਰੀ ਹੋ ਜਾਂਦਾ ਵੀ ਤੁਸੀਂ ਪ੍ਰਬੰਧਕੀ ਢਾਂਚੇ ਦੀ ਗੱਲ ਕੀਤੀ ਆ। ਇੱਕ ਤੁਸੀਂ ਕਿਹਾ ਸੀ ਪੈਰਲਲ ਬਾਡੀ ਖੜੀ ਕਰਾਂਗੇ, ਉਹ ਜ਼ਰੂਰ ਸਮਝਾ ਦਿਓ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਣ ਜਮਾਤ ਹੈਗੀ ਹੈ ਉਹਦੇ ਪੈਰਲਲ ਬਾਡੀ ਖੜੀ ਕਰਨ ਦੇ ਵੀ ਕੀ ਮੈਂ ਸਮਝਾਣਾ। ਅਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਅਕਾਲ ਤਖਤ ਸਮੁੱਚੀ ਕੌਮ ਦਾ ਸਾਂਝਾ ਤਖਤ ਹੈ। ਕਿਸੇ ਇੱਕ ਜਥੇਬੰਦੀ, ਕਿਸੇ ਇੱਕ ਧੜੇ, ਕਿਸੇ ਇੱਕ ਪਰਿਵਾਰ ਦਾ ਤਖਤ ਨਹੀਂ ਹੈ। ਇਹ ਗੱਲ ਸਮਝਣੀ ਪਏਗੀ। 172 ਦੇਸ਼ਾਂ 'ਚ ਤੁਸੀਂ ਸਿੱਖਾਂ ਦੇ ਤਖਤ ਤੋਂ ਜਾਰੀ ਹੋਇਆ ਹੁਕਮਨਾਮਾ 172 ਦੇਸ਼ਾਂ 'ਚ ਵਸਦੇ ਸਿੱਖਾਂ 'ਤੇ ਲਾਗੂ ਹੋ ਜਾਂਦਾ, ਪਰ 172 ਦੇਸ਼ਾਂ ਦੇ ਸਿੱਖਾਂ ਦੀ ਭਾਵਨਾ ਦੀ ਤਰਜਮਾਨੀ ਅਕਾਲ ਤਖਤ ਨਹੀਂ ਕਰ ਰਿਹਾ, ਹੈ ਨਾ। ਤੁਸੀਂ ਸੋਦੇ ਸਾਧ ਨੂੰ ਮਾਫ ਕਰਨਾ ਕਿ ਉਹ ਸਿੱਖਾਂ ਦੀ ਭਾਵਨਾ ਦੀ ਤਰਜਮਾਨੀ ਸੀ ਕਿ ਇੱਕ ਪਰਿਵਾਰ ਦੀ ਭਾਵਨਾ ਦੀ ਤਰਜਮਾਨੀ ਸੀ, ਇੱਕ ਸਿਆਸੀ ਜਮਾਤ ਦੀ ਭਾਵਨਾ ਦੀ ਤਰਜਮਾਨੀ। 172 ਦੇਸ਼ਾਂ ਦੀ ਗੱਲ ਕਰਾਂ ਤਾਂ ਉਹ ਪੰਜਾਬ ਦੇ ਲੋਕ ਵੀ ਨਹੀਂ ਸੀ ਚਾਹੁੰਦੇ। ਮੈਂ ਸਾਰਿਆਂ ਦੀ ਗੱਲ ਕਰ ਰਿਹਾ। ਤੇ ਤੁਸੀਂ ਇੱਕ ਪਰਿਵਾਰ ਦੀ, ਇੱਕ ਪੋਲੀਟੀਕਲ ਜਮਾਤ ਦੀ ਭਾਵਨਾ ਦੀ ਉਹ ਤਰਜਮਾਨੀ ਸੀ। ਉਸ ਤੋਂ ਬਾਅਦ ਜਦੋਂ ਇੱਕ ਪੋਲੀਟੀਕਲ ਪਾਰਟੀ ਹਾਰ ਜਾਂਦੀ ਹੈ, ਬੇਸ਼ੱਕ ਉਹਦੇ ਕੋਲ ਨਾ ਸਿੱਖਾਂ ਦੀ ਨੁਮਾਇਆਂ ਪਾਰਟੀ ਵਾਲਾ, ਪਰ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ, ਤੇ ਅਕਾਲ ਤਖਤ ਦਾ ਜਥੇਦਾਰ ਕਹਿ ਦਿੰਦਾ ਕਿ ਸਿੱਖ ਬਦਤਮੀਜ਼ ਹੋ ਗਏ ਨੇ, ਹੈ ਨਾ। ਅਸੀਂ ਉਸ ਪਰਿਵਾਰ ਨੂੰ ਸਬਕ ਸਿਖਾਇਆ। ਉਹ ਜਥੇਬੰਦੀ ਅੱਜ ਵੀ ਸਾਡੇ ਮਨਾਂ ਅੰਦਰ ਰਾਜ ਕਰਦੀ ਹੈ, ਸ਼੍ਰੋਮਣੀ ਅਕਾਲੀ ਦਲ, ਉਹ ਸਾਡਾ ਹੈ। ਉਹ ਪਰਿਵਾਰ ਉੱਤੇ ਕਾਬਜ ਹੋ ਗਿਆ ਤੇ ਸਾਡਾ ਨੁਕਸਾਨ ਹੋ ਰਿਹਾ। ਅਸੀਂ ਜਦੋਂ 172 ਦੇਸ਼ਾਂ ਦੇ ਲੋਕਾਂ ਦੇ ਨੁਮਾਇੰਦੇ ਇਕੱਠੇ ਹੋ ਕੇ ਅਕਾਲ ਤਖਤ ਦੇ ਪ੍ਰਬੰਧ ਨੂੰ ਸਮਝਣ ਤੇ ਇਹਦਾ ਪ੍ਰਬੰਧ ਕਰਨ, ਉਹਦੇ 'ਚ ਭਾਵੇਂ ਉਹ ਐਜੂਕੇਸ਼ਨ ਦਾ, ਲੀਗਲ ਸਿਸਟਮ ਦਾ, ਵਾਤਾਵਰਣ ਦਾ, ਹੈ ਨਾ, ਸਿੱਖਾਂ ਦੇ ਹੋਰ ਮਸਲੇ ਨੇ, ਵੱਖ-ਵੱਖ ਡਿਪਾਰਟਮੈਂਟ ਹੋਣ, ਉਹ ਇਹਦੇ 'ਤੇ ਕੰਮ ਕਰਨ। ਅਸੀਂ ਜਦੋਂ ਪੈਰਲਲ ਬਾਡੀ ਦੀ ਗੱਲ ਕਰਦੇ ਹਾਂ ਤੇ ਅਸੀਂ ਅਕਾਲ ਤਖਤ ਪੈਰਲਲ ਬਣਾਉਣ ਦੀ ਗੱਲ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਕਿ ਅਸੀਂ ਬਾਹਰ ਇੱਦਾਂ ਦੀ ਇੱਕ ਬਾਡੀ ਕ੍ਰੀਏਟ ਕਰ ਦਈਏ ਜਿਹੜੀ ਅਕਾਲ ਤਖਤ ਨੂੰ ਇਸ ਕੰਮ ਦੇ ਲਈ ਉਹਦੇ ਫੈਸਲਿਆਂ ਨੂੰ ਪ੍ਰਭਾਵਿਤ ਕਰੇ, ਕਿਉਂਕਿ ਉਹ ਬਾਡੀ ਸਾਰੇ ਸੰਸਾਰ 'ਚ ਹੋਏਗੀ, ਕਿਸੇ ਇੱਕ ਧੜੇ ਦੀ ਤੇ ਲਖਾਇਕ ਨਹੀਂ ਹੋਏਗੀ ਨਾ, ਕਿਸੇ ਇੱਕ ਧੜੇ ਦੀ ਸੋਚ ਨੂੰ ਸਾਹਮਣੇ ਨਹੀਂ ਲਿਆਏਗੀ। ਉਹ ਕੌਮ ਦੀ ਆਰਥਿਕ, ਰਾਜਨੀਤਿਕ ਤੇ ਸਮਾਜਿਕ ਦਸ਼ਾ ਦਿਸ਼ਾ ਨੂੰ ਸੁਧਾਰਨ ਲਈ ਉਹ ਜਿਹੜੀ ਉਹ ਬਾਡੀ ਕੰਮ ਕਰੇ, ਤੇ ਉਹ ਅਕਾਲ ਤਖਤ ਨੂੰ ਦੇ ਫੈਸਲਿਆਂ ਤੇ ਨੂੰ ਪ੍ਰਭਾਵਿਤ ਕਰੇ ਕਿ ਇੱਦਾਂ ਦਾ ਫੈਸਲਾ ਹੋਣਾ ਚਾਹੀਦਾ, ਸਾਰੀ ਕੌਮ ਇੱਦਾਂ ਮੰਗਦੀ ਹੈ। ਕਿ ਉਹ ਜਿਹੜੀ ਬਾਡੀ ਹੋਊਗੀ ਉਹ ਕਿਸੇ ਤੋਂ ਪ੍ਰਭਾਵਿਤ ਨਹੀਂ ਹੋਏਗੀ ਖੁਦ? ਤੁਹਾਨੂੰ ਲੱਗਦਾ ਜੀ ਕਿ ਸੰਸਾਰ ਦੇ ਸਾਰੇ ਸਿੱਖ, ਸੰਸਾਰ ਦੀਆਂ ਵੱਡੇ ਗੁਰਦੁਆਰੇ, ਉਹਨਾਂ ਦੇ ਨੁਮਾਇੰਦੇ ਜਿਹੜੇ ਨੇ, ਉਹ ਕਿਸੇ ਇੱਕ ਗੱਲ ਦੇ ਉੱਤੇ ਇੱਦਾਂ ਕਿਸੇ ਇੱਕ ਧੜੇ ਦੀ ਗੱਲ ਨੂੰ ਅੱਗੇ ਰੱਖਣਗੇ? ਕਿਉਂ ਨੁਕਸਾਨ ਹੁੰਦਾ? ਗੱਲ ਨੂੰ ਸਮਝੋ। ਸਿਆਸੀ ਜਦੋਂ ਅਸੀਂ ਪੈਂਤੜੇਬਾਜ਼ੀ ਧਰਮ ਦੇ ਮੋਢਿਆਂ 'ਤੇ ਖੜੇ ਹੋ ਕੇ ਕਰਦੇ ਹਾਂ ਨਾ, ਤੇ ਜਦੋਂ ਨਾਰਵੇ 'ਚ ਬੈਠਾ ਸਿੱਖ, ਉਹਦਾ ਪੰਜਾਬ ਦੀ ਸਿਆਸਤ ਨਾਲ ਕੀ ਸੰਬੰਧ ਹੈ ਜੀ? ਪੰਜਾਬ ਦੀ ਸਿਆਸਤ 'ਚ ਕੌਣ ਕਾਬਜ ਹੈ? ਉਹਨੂੰ ਕੋਈ ਸੰਬੰਧ ਨਹੀਂ, ਪਰ ਸਿੱਖਾਂ ਦੀ ਉਹਨੂੰ ਜਥੇਬੰਦੀ ਨਾਲ ਸੰਬੰਧ ਹੈ, ਸਿੱਖਾਂ ਦੀ ਭਾਵਨਾ ਨਾਲ ਸੰਬੰਧ ਹੈ, ਉਹਦਾ ਸਿੱਖਾਂ ਦੀ ਆਰਥਿਕ ਦਸ਼ਾ ਨਾਲ ਸੰਬੰਧ ਹੈ, ਉਹਨੂੰ ਸੰਸਾਰ 'ਚ ਸਿੱਖਾਂ ਦੀ ਸਮਾਜਿਕ ਜਿਹੜੀ ਹੈ ਰੁਤਬੇ ਨਾਲ ਸੰਬੰਧ ਹੈ। ਉਹਦੇ 'ਤੇ ਜਦੋਂ ਐਡਵਾਈਸ ਕਰੇਗਾ ਉਹ ਧੜੇ ਮੁਕਤ ਹੋਏਗੀ, ਕਿਉਂਕਿ ਉਹਦੇ 'ਚ ਸਿਆਸੀ ਪ੍ਰਭਾਵ ਨਹੀਂ। ਤੁਸੀਂ ਕਿਹਾ ਧੜੇਬਾਜ਼ੀ ਨਾਲ ਸੰਬੰਧ ਨਹੀਂ ਹੈਗਾ। ਬਹੁਤ ਸਾਰੇ, ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸਾਰਾ ਧਨ ਹੈ ਬਾਹਰਲੇ ਵਸਦੇ ਸਿੱਖਾਂ ਨੇ ਦਿੱਤਾ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦੇ ਲਈ, ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਨੂੰ ਸਪੋਰਟ ਬਾਹਰਲੇ ਸਿੱਖ ਕਰਦੇ ਰਹਿੰਦੇ ਨੇ। ਔਰ ਇਹਦੇ ਨਾਲ ਜਦੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਤਾਂ ਉਦੋਂ ਵੀ ਹਾਲਾਤ ਇਹੀ ਸੀਗੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸੇ ਲਈ ਹੋਂਦ 'ਚ ਲਿਆਂਦਾ ਗਿਆ ਵੀ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰੂਗੀ। ਬੇਸ਼ੱਕ ਅੱਜ ਦੇ ਹਾਲਾਤ ਉਹਨਾਂ ਦੇ ਬਹੁਤ ਵਿਪਰੀਤ ਹੋ ਗਏ ਨੇ, ਵੀ ਉਹ ਲੋਕ ਉਹਨਾਂ ਨੂੰ ਬਹੁਤ ਸਾਰੇ ਤਰੀਕਿਆਂ ਤੋਂ ਘੇਰਦੇ ਵੀ ਨੇ। ਜਿਹੜਾ ਤੁਸੀਂ ਪ੍ਰਬੰਧਕੀ ਢਾਂਚੇ ਦੀ ਗੱਲ ਕਰਦੇ ਹੋ ਤਾਂ ਜੇ ਇਹਦੇ ਵਿੱਚ ਵੀ ਅਜਿਹੀਆਂ ਊਣਤਾਈਆਂ ਆਉਂਦੀਆਂ ਨੇ? ਦੇਖੋ, ਇਸ ਤਰ੍ਹਾਂ ਹੈ, ਪਹਿਲੀ ਗੱਲ ਤੇ ਮੈਂ ਤੁਹਾਡਾ ਪਹਿਲਾ ਸਵਾਲ ਦਾ ਜਵਾਬ ਨਹੀਂ ਦਿਆਂਗਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮਦਦ ਕੀਤੀ। ਲੋਕੀ ਕਾਂਗਰਸ ਨੂੰ ਵੀ ਕਰ ਰਹੇ ਨੇ, ਬਾਹਰੋਂ ਪੈਸੇ ਭੇਜ ਰਹੇ ਨੇ, ਲੋਕੀ ਭਾਜਪਾ ਨੂੰ ਵੀ ਭੇਜ ਰਹੇ ਨੇ, ਲੋਕੀ ਬਾਦਲਾਂ ਨੂੰ ਵੀ ਭੇਜਦੇ ਆ, ਤੇ ਲੋਕੀ ਸਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਵੀ ਭੇਜਦੇ ਆ। ਇਹ ਤਾਂ ਆਮ ਲੋਕਾਂ ਦੀ ਖੁਸ਼ੀ ਹੈ, ਉਹ ਕੀ ਕਰ ਰਹੇ ਨੇ।
ਉਹ ਕਿਹੜੀ ਪੋਲੀਟੀਕਲ ਸੋਚ ਨਾਲ ਉਹ ਜੁੜੇ ਨੇ। ਸਿਆਸਤ ਦੇ ਮੇਰੀ ਗੱਲ ਪੂਰੀ ਸੁਣ ਲਓ। ਉਹ ਕਿਹੜੀ ਪੋਲੀਟੀਕਲ ਸੋਚ ਨਾਲ ਜੁੜੇ ਨੇ, ਉਹਨਾਂ ਦੀ ਜਿਹੜੀ ਹੈ ਉਹ ਹੈਗੀ ਹੈ। ਮੈਂ ਜਿਹੜੀ ਗੱਲ ਕਹਿ ਰਿਹਾ ਕਿ ਮੰਨ ਲਓ ਲੰਡਨ ਦਾ ਇੱਕ ਗੁਰਦੁਆਰੇ ਦਾ ਇੱਕ ਰਿਪਰੈਜ਼ੈਂਟੇਟਿਵ ਉਸ ਮੈਨੇਜਮੈਂਟ 'ਚ ਹੁੰਦਾ ਹੈ, ਦਾ ਪ੍ਰਧਾਨ, ਠੀਕ ਹੈ ਜੀ। ਲੰਡਨ 'ਚ ਕੰਮ ਕਰ ਰਹੀ ਕੋਈ ਹੋਰ ਆਰਗੇਨਾਈਜੇਸ਼ਨ ਇੰਗਲੈਂਡ 'ਚ ਕੰਮ ਕਰ ਰਹੀ, ਉਹਦਾ ਇੱਕ ਨੁਮਾਇੰਦਾ ਉਸ ਮੈਨੇਜਮੈਂਟ 'ਚ ਹੁੰਦਾ, ਠੀਕ। ਇੱਦਾਂ ਹੀ ਕੋਈ ਅਮਰੀਕਾ 'ਚ ਬੈਠਾ, ਕੋਈ ਨਾਰਵੇ 'ਚ ਬੈਠਾ, ਕੋਈ ਸਵੀਡਨ 'ਚ ਬੈਠਾ, ਕੋਈ ਆਸਟ੍ਰੇਲੀਆ 'ਚ ਬੈਠਾ, ਕੋਈ ਨਿਊਜ਼ੀਲੈਂਡ 'ਚ ਬੈਠਾ। ਮੈਂ ਕਈ ਦੇਸ਼ਾਂ ਦੇ ਨਾਂ ਲੈ ਦਿੰਦਾ, ਮਲੇਸ਼ੀਆ, ਸਿੰਗਾਪੁਰ, ਬੰਗਲਾਦੇਸ਼, ਸ਼੍ਰੀਲੰਕਾ, ਹੈ ਨਾ। ਤੁਸੀਂ ਇਹ ਮੰਨਦੇ ਹੋ ਕਿ ਉਹਨਾਂ ਸਾਰਿਆਂ ਦੀ ਜਿਹੜੀ ਮਨਸ਼ਾ ਧਰਮ ਦੇ ਉਭਾਰ ਦੀ ਨਹੀਂ ਹੋਏਗੀ? ਉਹਨਾਂ ਦੀ ਸਾਰਿਆਂ ਦੀ ਸਾਂਝੀ ਕਲੈਕਟਿਵ ਕੌਨਸ਼ੀਅਸ ਧਰਮ ਦੇ ਉਭਾਰ ਦੀ ਹੋਏਗੀ। ਉਹ ਦਿੱਲੀ ਸਿੱਖਾਂ 'ਤੇ ਜੇ ਕਤਲ ਹੁੰਦਾ 84 'ਚ, ਤੇ ਉਹ ਪੀੜ ਉਹਨਾਂ ਨੇ ਵੀ ਹੰਢਾਈ ਹੈ, ਭਾਵੇਂ ਉਹਨਾਂ ਦਾ ਪਰਿਵਾਰ ਦਾ ਕੋਈ ਜੀਅ ਨਹੀਂ ਮਰਿਆ ਹੋਏਗਾ। ਮੈਂ ਉਸ ਭਾਵਨਾ ਦੀ ਗੱਲ ਕਰ ਰਿਹਾ। ਉਸ ਭਾਵਨਾ ਸਾਰਿਆਂ ਦੀ ਸਾਂਝੀ ਹੈ, ਠੀਕ ਹੈ। ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਇੱਕੋ ਇੱਕ ਸਿਆਸੀ ਮਰਜ਼ੀ ਸੀ, ਉਹ ਅੱਜ ਪਰਿਵਾਰ ਦੀ ਮਰਜ਼ੀ ਬਣ ਗਈ। ਅਕਾਲੀ ਦਲ ਨਵਾਂ ਬਣਨਾ ਚਾਹੀਦਾ, ਇਹ ਬਾਦਲ ਪਰਿਵਾਰ ਵਿੱਚੋਂ ਮਾਈਨਸ ਹੋ ਜਾਣਾ ਚਾਹੀਦਾ। ਇਹ ਇੱਕ ਵੱਖਰੀ ਡਿਬੇਟ ਹੈ, ਪਰ ਇਹ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਨਾ ਸਿਰਫ। ਮੈਂ ਸਾਰੇ ਸੰਸਾਰ ਦੀ ਗੱਲ ਕਰ ਰਿਹਾ। ਹੁਣ ਉੱਥੇ ਕੈਨੇਡਾ 'ਚ ਸਿੱਖ ਵੱਖਰੀਆਂ ਵੱਖਰੀਆਂ ਪਾਰਟੀਆਂ 'ਚ ਵੀ ਨੇ, ਠੀਕ ਹੈ। ਕੋਈ NDP 'ਚ ਹੈ ਅਤੇ ਕੋਈ ਕੰਜ਼ਰਵੇਟਿਵ 'ਚ ਹੈ ਨਾ। ਉਹ ਪਰ ਉਹਨਾਂ ਦੀ ਜਦੋਂ ਸਿੱਖ ਸੋਚ ਦੀ ਗੱਲ ਕਰਦੇ ਹਾਂ ਤਾਂ ਉਹ ਤਾਂ ਇੱਕੋ ਹੀ ਹੈ, ਉਹ ਸਿੱਖਾਂ ਦੀ ਚੜ੍ਹਦੀ ਕਲਾ ਲੋਚਦੇ ਨੇ। ਮੈਂ ਉਸ ਭਾਵਨਾ ਨੂੰ ਇਕੱਠਾ ਕਰਕੇ ਅਤੇ ਅਕਾਲ ਤਖਤ ਨੂੰ ਐਡਵਾਈਜ਼ ਕਰਨ ਵਾਲੀ, ਅਕਾਲ ਤਖਤ ਦੇ ਪ੍ਰਬੰਧ ਨੂੰ ਚਲਾਉਣ ਵਾਲੀ, ਅਕਾਲ ਤਖਤ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਵਾਲੀ, ਜਿੰਨੀ ਦੇਰ ਤੱਕ ਅਸੀਂ ਉਹਨੂੰ ਮੈਨੇਜਮੈਂਟ ਨਹੀਂ ਬਣਾਉਂਦੇ, ਜਥੇਬੰਦੀ ਦੀ ਗੱਲ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਇਹ ਅੱਜ ਪੰਥਕ ਚੇਤਨਾ ਜਿਹੜਾ ਇੱਥੇ ਸੰਗਠਨ ਹੈ ਉਹਦੇ ਵੱਲੋਂ ਜਿਹੜਾ ਖਾਸ ਤੌਰ ਦੇ ਉੱਪਰ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਮਤੇ ਪਾਏ ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਹੋਈ ਹੈ।